ਸਤਿ ਸ਼੍ਰੀ ਅਕਾਲ ਦੋਸਤੋ। ਰਾਈਟ ਪੰਜਾਬ ਟੀਵੀ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ। ਮੈਂ ਸੰਸਾਰਦੀਪ ਸਿੰਘ। ਦੋਸਤੋ, ਕਿਸਾਨੀ ਸੰਘਰਸ਼ ਦਿੱਲੀ ਦੀਆਂ ਬਰੂਹਾਂ ਦੇ ਉੱਪਰ 26 ਨਵੰਬਰ ਨੂੰ ਜਦੋਂ ਸ਼ੁਰੂ ਹੁੰਦਾ ਹੈ ਤਾਂ ਬਹੁਤ ਆਪਣੇ ਇੱਕਦਮ ਸਰਕਾਰ ਦੇ ਉੱਪਰ, ਸੈਂਟਰ ਸਰਕਾਰ ਦੇ ਉੱਪਰ ਪ੍ਰੈਸ਼ਰ ਬਣਾਉਂਦਾ, ਮੀਟਿੰਗਾਂ ਦਾ ਦੌਰ ਚੱਲਦਾ ਹੈ। ਉਸ ਤੋਂ ਬਾਅਦ 22 ਜਨਵਰੀ ਨੂੰ ਜਿਹੜੀ ਲਾਸਟ ਮੀਟਿੰਗ ਕਿਸਾਨ ਆਗੂਆਂ ਦੀ ਸਰਕਾਰ ਦੇ ਨਾਲ ਹੁੰਦੀ। 26 ਜਨਵਰੀ ਦਾ ਘਟਨਾਕ੍ਰਮ ਤੁਸੀਂ ਸਾਰੇ ਜਾਣਦੇ ਹੋ। ਲਾਲ ਕਿਲੇ ਦੇ ਉੱਪਰ ਜੋ ਕੇਸਰੀ ਨਿਸ਼ਾਨ ਸਾਹਿਬ ਚਲਾਇਆ ਗਿਆ, ਜਿਸ ਦੇ ਵਿੱਚ ਮੁੱਖ ਦੋਸ਼ੀ ਦੇ ਤੌਰ ਤੇ ਦੀਪ ਸਿੱਧੂ, ਜੋ ਬਾਲੀਵੁੱਡ ਐਕਟਰ ਨੇ ਤੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਵੀ ਚੰਗਾ ਨਿਵਾਣਾ ਖੱਟਦੇ ਨੇ, ਉਹਨਾਂ ਦਾ ਨਾਮ ਜਿਹੜਾ ਮੁੱਖ ਤੌਰ ਤੇ ਸਾਹਮਣੇ ਆਇਆ। ਫੈਨ ਫੋਲੋਇੰਗ ਉਹਨਾਂ ਦੀ ਖਾਸ ਤੌਰ ਤੇ ਯੂਥ ਦੇ ਵਿੱਚ, ਉਹਨਾਂ ਦਾ ਜਿਹੜੇ ਚਾਹਣ ਵਾਲੇ ਨੇ, ਯੂਥ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੂੰ ਚਾਹੁੰਦਾ ਹੈ। ਅੱਜ ਜੋ ਸਵੇਰ ਦਾ ਘਟਨਾਕ੍ਰਮ ਹੋਇਆ, ਉਹਨਾਂ ਦੇ ਉੱਪਰ ਜੋ ਪਰਚਾ ਸੀ ਹਿੰਸਾ ਭੜਕਾਉਣ ਦਾ, ਲਾਲ ਕਿਲੇ ਦੇ ਉੱਪਰ ਮੁੱਖ ਦੋਸ਼ੀ ਦੇ ਤੌਰ ਤੇ ਉਹਨਾਂ ਨੂੰ ਪੇਸ਼ ਕੀਤਾ ਗਿਆ ਸੀ। ਉਸ ਦੇ ਵਿੱਚ ਪਹਿਲਾਂ ਤਾਂ ਦੀਪ ਸਿੱਧੂ ਨੂੰ ਜ਼ਮਾਨਤ ਦੇ ਦਿੱਤੀ ਜਾਂਦੀ ਆ ਦਿੱਲੀ ਦੇ ਵਿੱਚ, ਜੋ ਅੱਜ ਤਿਹਾੜ ਜੇਲ੍ਹ ਦੇ ਵਿੱਚ ਅੱਜ ਕੱਲ੍ਹ ਜੋ ਕੈਦ ਨੇ। ਉਸ ਤੋਂ ਬਾਅਦ ਯੂਥ ਦੇ ਵਿੱਚ ਜਿਹੜੀ ਖੁਸ਼ੀ ਦੀ ਲਹਿਰ, ਦੀਪ ਸਿੱਧੂ ਦੇ ਚਾਹਣ ਵਾਲਿਆਂ ਦੇ ਵਿੱਚ ਜਿਹੜੀ ਖੁਸ਼ੀ ਦੀ ਲਹਿਰ ਇੱਕਦਮ ਦੌੜ ਜਾਂਦੀ ਆ। ਪਰ ਜੋ ਖੁਸ਼ੀ ਜ਼ਿਆਦਾ ਟਾਈਮ ਜਿਹੜੀ ਕਾਇਮ ਨਹੀਂ ਰਹਿੰਦੀ ਤੇ ਕੁਝ ਸਮੇਂ ਬਾਅਦ ਹੀ ਨਿਰਾਸ਼ਾ ਦਾ ਆਲਮ ਧਾਰਨ ਕਰ ਲੈਂਦੀ ਹੈ, ਜੋ ਕਿਉਂਕਿ ਦੀਪ ਦੀ ਜ਼ਮਾਨਤ ਦੇ ਉੱਪਰ ਰੋਕ ਲਗਾ ਕੇ ਦੀਪ ਸਿੱਧੂ ਨੂੰ ਇੱਕ ਹੋਰ ਕੇਸ ਦੇ ਵਿੱਚ ਦਿੱਲੀ ਪੁਲਿਸ ਵੱਲੋਂ ਜਿਹੜਾ ਅਰੈਸਟ ਕਰ ਲਿਆ ਜਾਂਦਾ ਹੈ। ਯੂਥ ਦੇ ਵਿੱਚ ਗੁੱਸਾ, ਯੂਥ ਦੇ ਵਿੱਚ ਰੋਸ ਹੈ ਇਸ ਦੇ ਦਿੱਲੀ ਪੁਲਿਸ ਦੀ ਇਸ ਕਾਰਵਾਈ ਦੇ ਸੰਬੰਧ ਦੇ ਵਿੱਚ। ਇਸ ਸਾਰੇ ਮੁੱਦਿਆਂ ਦੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਪ੍ਰਾਈਡ ਪੰਜਾਬ ਟੀਵੀ ਦੇ ਇੰਚਾਰਜ ਦਲਜੀਤ ਸਿੰਘ ਹੋਣੀ ਮੌਜੂਦ ਨੇ। ਆਓ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ ਤੇ ਵਿਚਾਰ ਚਰਚਾ ਨੂੰ ਅੱਗੇ ਵਧਾਉਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ। ਦਲਜੀਤ ਜੀ, ਜੋ ਅੱਜ ਦਾ ਘਟਨਾਕ੍ਰਮ ਹੋਇਆ, ਦੀਪ ਸਿੱਧੂ ਯੂਥ ਆਈਕਨ ਦੇ ਤੌਰ ਤੇ ਅੰਦੋਲਨ ਦੇ ਵਿੱਚ ਜੇ ਉੱਭਰੇ ਨੇ, ਜੇ ਆਪਾਂ ਕਹਿ ਲਈਏ ਤਾਂ ਗਲਤ ਨਹੀਂ ਹੋਊਗਾ। ਪਹਿਲਾਂ ਦੀਪ ਸਿੱਧੂ ਦੀ ਜ਼ਮਾਨਤ ਹੋ ਜਾਂਦੀ ਆ, ਨੌਜਵਾਨ ਵਰਗ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਜਾਂਦੀ ਆ। ਉਸ ਤੋਂ ਬਾਅਦ ਦਿੱਲੀ ਪੁਲਿਸ ਵੱਲੋਂ ਦੀਪ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਕਿਸੇ ਹੋਰ ਕੇਸ ਦੇ ਵਿੱਚ। ਕਿਸ ਤਰ੍ਹਾਂ ਦੇਖ ਰਹੇ ਹੋ ਇਸ ਸਾਰੇ ਘਟਨਾਕ੍ਰਮ ਨੂੰ? ਦੇਖੋ, ਸਭ ਤੋਂ ਪਹਿਲਾਂ ਤੇ ਜਿਹੜੀ ਗੱਲ ਆਪਾਂ ਦੀਪ ਸਿੱਧੂ ਦੇ ਬਾਰੇ ਕਰੀਏ ਤਾਂ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਯੂਥ ਜਿਹੜਾ ਹੈ ਉਹ ਦੀਪ ਸਿੱਧੂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਜੁੜਿਆ ਹੋਇਆ। ਜਿੱਥੇ ਲੱਖਾ ਸਿਧਾਣਾ ਦੀ ਗੱਲ ਕਰਦੇ ਆ ਤਾਂ ਦੀਪ ਸਿੱਧੂ ਵੀ ਇੱਕ ਐਸਾ ਆਪਾਂ ਕਹਿ ਲਈਏ ਕਿ ਯੂਥ ਆਈਕਨ ਬਣ ਕੇ ਉੱਭਰਿਆ। ਸੋ ਪਿਛਲੇ ਤਕਰੀਬਨ 2 ਮਹੀਨਿਆਂ ਤੋਂ ਦੀਪ ਸਿੱਧੂ ਨੂੰ ਗ੍ਰਿਫਤਾਰ ਕਰਕੇ ਤਿਹਾੜ ਜੇਲ੍ਹ ਵਿਖੇ ਰੱਖਿਆ ਹੋਇਆ। ਦਿੱਲੀ ਪੁਲਿਸ ਵੱਲੋਂ ਕਹਿ ਦਈਏ ਜਾਂ ਫਿਰ ਦਿੱਲੀ ਦੀ ਜਿਹੜੀ ਕੇਂਦਰ ਸਰਕਾਰ, ਜੇ ਆਪਾਂ ਸਿੱਧੇ ਸ਼ਬਦਾਂ ਦੇ ਵਿੱਚ ਕਹੀਏ। ਸੋ 26 ਜਨਵਰੀ ਨੂੰ ਕੁਝ ਘਟਨਾਵਾਂ ਵਾਪਰੀਆਂ ਸੀ ਜਿਹਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਇਹਨਾਂ ਨੌਜਵਾਨਾਂ ਨੂੰ, ਤੇ ਬਹੁਤ ਸਾਰੇ ਐਸੇ ਨੌਜਵਾਨ ਸੀ ਜਿਨ੍ਹਾਂ ਨੂੰ ਦੀਪ ਸਿੱਧੂ ਤੋਂ ਪਹਿਲਾਂ ਰਿਹਾ ਵੀ ਕਰ ਦਿੱਤਾ ਗਿਆ, ਯਾਨੀ ਕਿ ਜ਼ਮਾਨਤ ਦੇ ਉੱਤੇ ਰਿਹਾ ਕਰ ਦਿੱਤਾ ਗਿਆ। ਸੋ ਹੁਣ ਵਾਰੀ ਜਦੋਂ ਆਉਂਦੀ ਹੈ ਨੌਦੀਪ ਰਣਜੀਤ ਸਿੰਘ ਤੋਂ ਬਾਅਦ ਦੀਪ ਸਿੱਧੂ ਦੀ, ਤਾਂ ਦੀਪ ਸਿੱਧੂ ਦੀ ਅੱਜ ਜ਼ਮਾਨਤ ਲੰਬੇ ਸਮੇਂ ਤੋਂ ਬਾਅਦ ਹੋਣ ਜਾ ਰਹੀ ਸੀ। ਆਪਾਂ ਦੇਖਿਆ ਕਿ ਪਿਛਲੀ ਤਕਰੀਬਨ 2 ਅਪ੍ਰੈਲ ਵਾਲੇ ਦਿਨ ਵੀ ਇੱਕ ਤਰੀਕ ਪੈਂਦੀ ਹੈ ਕਿ ਅੱਜ ਸ਼ਾਇਦ ਦੀਪ ਸਿੱਧੂ ਦੀ ਗ੍ਰਿਫਤਾਰੀ ਹੋ ਜਾਏ, ਮਾਫ ਕਰਨਾ, ਜ਼ਮਾਨਤ ਹੋ ਜਾਏ। ਉਸ ਤੋਂ ਬਾਅਦ ਅਗਲੀ ਤਰੀਕ ਜਿਹੜੀ ਹੈ ਤਕਰੀਬਨ 8 ਜਾਂ 10 ਦੇ ਕੋਲ ਜਾ ਕੇ ਪੈਂਦੀ ਹੈ। ਸੋ ਅਗਲੀ ਉਸ ਤੋਂ ਤਰੀਕ ਹੁੰਦੀ ਹੈ 12 ਤੋਂ ਬਾਅਦ 15 ਦੀ ਵੀ ਕਰਦਿਆਂ ਕਰਾਉਂਦਿਆਂ ਅੱਜ ਆਪਾਂ 17 ਤਰੀਕ ਤੇ ਪਹੁੰਚ ਚੁੱਕੇ ਹਾਂ। ਤੇ ਤਕਰੀਬਨ 2 ਦਿਨ ਇਹ ਫੈਸਲਾ ਜਿਹੜਾ ਹੈ ਰਾਖਵਾਂ ਰੱਖਿਆ ਗਿਆ ਜਾਂ ਫਿਰ ਉਹ ਲੇਟ ਜਿਹੜਾ ਹੈ ਪਬਲਿਸ਼ ਕੀਤਾ ਗਿਆ। ਸੋ ਅੱਜ ਦਿਨ ਚੜ੍ਹਦਿਆਂ ਇਹ ਖਬਰ ਜਿਹੜੀ ਹੈ ਹਰ ਇੱਕ ਜਿਹੜੀ ਕਹਿ ਲਈਏ ਸੋਸ਼ਲ ਮੀਡੀਆ, ਟੀਵੀ ਚੈਨਲ ਦੀ, ਅਖਬਾਰਾਂ ਦੀ ਸੁਰਖੀ ਬਣ ਗਈ ਕਿ ਦੀਪ ਸਿੱਧੂ ਨੂੰ ਲੰਬੇ ਸਮੇਂ ਤੋਂ ਬਾਅਦ ਹੀ ਸਹੀ ਪਰ ਜ਼ਮਾਨਤ ਜਿਹੜੀ ਮਿਲ ਗਈ ਹੈ। ਪਰ ਇਹ ਖੁਸ਼ੀ ਜਿਹੜੀ ਹੈ ਦੀਪ ਸਿੱਧੂ ਦੇ ਪ੍ਰਸ਼ੰਸਕਾਂ ਦੀ ਜ਼ਿਆਦਾ ਦੇਰ ਬਣੀ ਨਹੀਂ ਰਹੀ, ਕਿਉਂਕਿ ਕੁਝ ਕੁ ਘੰਟਿਆਂ ਬਾਅਦ ਦਿੱਲੀ ਪੁਲਿਸ ਵੱਲੋਂ ਇੱਕ ਹੋਰ ਕੇਸ ਪਾ ਦਿੱਤਾ ਜਾਂਦਾ ਹੈ। ਪੁਰਾਤਤਵ ਵਿਭਾਗ ਜਿਹੜਾ ਹੈਗਾ ਉਹਨਾਂ ਵੱਲੋਂ 98/2021 ਇਹ ਜਿਹੜਾ ਕੇਸ ਉਹਨਾਂ ਦੇ ਉੱਤੇ ਪਾਇਆ ਗਿਆ। ਸੋ ਇਹ ਕੇਸ ਦੇ ਵਿੱਚ ਇਹ ਦੱਸਿਆ ਗਿਆ ਵੀ ਉਹਨਾਂ ਨੇ ਜਿਹੜਾ ਲਾਲ ਕਿਲੇ ਦੇ ਉੱਤੇ ਜੋ ਉਸ ਦਿਨ ਘਟਨਾਕ੍ਰਮ ਵਾਪਰਿਆ ਉਹਦੇ ਵਿੱਚ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਤੇ ਉੱਥੇ ਚੋਰੀ ਵੀ ਹੋਈ ਹੈ। ਸੋ ਜਿਹਦੇ ਤਹਿਤ ਦੀਪ ਸਿੱਧੂ ਦਾ ਨਾਮ ਇੱਕ ਵਾਰ ਫਿਰ ਪਾ ਦਿੱਤਾ ਗਿਆ ਤੇ ਉਹਨਾਂ ਦੀ ਜ਼ਮਾਨਤ ਹੁੰਦਿਆਂ ਜੇਲ੍ਹ ਦੇ ਵਿੱਚ ਹੀ ਉਹਨਾਂ ਨੂੰ ਜਿਹੜਾ ਹੈ ਉੱਥੇ ਹੀ ਗ੍ਰਿਫਤਾਰ ਕਰ ਲਿਆ ਗਿਆ। ਤੇ ਦੁਬਾਰਾ ਹੁਣ ਸੁਣਵਾਈ ਹੋਣੀ ਹੈ, ਯਾਨੀ ਕਿ ਐਤਵਾਰ ਕੱਲ ਦਾ ਉਹ ਦਿਨ ਹੋਣਾ ਜਦੋਂ ਦੁਬਾਰਾ ਜੱਜ ਸਾਹਮਣੇ ਪੇਸ਼ ਕਰਕੇ ਤੇ ਰਿਮਾਂਡ ਮੰਨਿਆ ਜਾਣਾ, ਮਤਲਬ ਕਿ ਰਿਮਾਂਡ ਮੰਗਿਆ ਜਾਊਗਾ, ਫਿਰ ਉਸ ਤੋਂ ਅਗਲੀ ਜਿਹੜੀ ਕਾਰਵਾਈ ਹੈ ਹੋਏਗੀ। ਸੋ ਇਹ ਸਾਰਾ ਘਟਨਾਕ੍ਰਮ ਹੋਣ ਤੋਂ ਬਾਅਦ ਜਿੱਥੇ ਯੂਥ ਦੀ ਗੱਲ ਕਰਦੇ ਆ ਜਾਂ ਫਿਰ ਦੀਪ ਸਿੱਧੂ ਦੇ ਪ੍ਰਸ਼ੰਸਕਾਂ ਦੀ, ਮੋਰਚੇ ਦੇ ਆਪਾਂ ਕਹਿ ਲਈਏ ਖੈਰ ਖਵਾਹ ਲੋਕਾਂ ਦੀ ਗੱਲ ਕਰਦੇ ਆ, ਤਾਂ ਹਰ ਇੱਕ ਦੇ ਵਿੱਚ ਇਸ ਵੇਲੇ ਨਿਰਾਸ਼ਾ ਪਾਈ ਜਾ ਰਹੀ ਹੈ ਵੀ ਭਾਈ ਇਹ ਕੀ ਸਲੂਕ ਹੋਇਆ। ਜੇ ਤਕਰੀਬਨ 2 ਮਹੀਨਿਆਂ ਤੋਂ ਦੀਪ ਸਿੱਧੂ ਤੁਹਾਡੀ ਹਿਰਾਸਤ ਦੇ ਵਿੱਚ ਹੈ, ਤੁਸੀਂ 15 ਦਿਨ ਦਾ ਰਿਮਾਂਡ ਉਹਦਾ ਪਹਿਲਾਂ ਵੀ ਲੈ ਚੁੱਕੇ ਹੋ, ਤਾਂ ਕਿਉਂ ਨਹੀਂ ਉਸ ਵੇਲੇ ਇਹ ਕੇਸ ਪਾ ਕੇ ਤਾਂ ਇਹ ਸਾਰੀ ਜਿਹੜੀ ਗੱਲਬਾਤ ਹੈ ਉਸ ਵੇਲੇ ਕਲੀਅਰ ਕੀਤੀ ਗਈ, ਇੱਕ ਸੁਣਵਾਈ ਜੱਜ ਦੇ ਕੋਲ ਹੋਰ ਹੋ ਜਾਂਦੀ।
ਤੇ ਇਹ ਕੇਸ ਦੇ ਬਾਰੇ ਜਿਹੜੀ ਹੈ ਗੱਲਬਾਤ ਕੀਤੀ ਜਾ ਸਕਦੀ ਸੀ, ਪਰ ਇਸ ਤਰ੍ਹਾਂ ਨਹੀਂ ਕੀਤਾ ਗਿਆ। ਸੋ ਹੁਣ ਆਮ ਤੌਰ ਤੇ ਆਪਾਂ ਇਹ ਦੇਖਦੇ ਹਾਂ ਕਿ ਜਿਵੇਂ ਇੱਕ ਆਪਾਂ ਬਾਹਰ ਬੈਠ ਕੇ ਮੋਰਚੇ ਨੂੰ ਜਾਂ ਫਿਰ ਸਾਰਾ ਜੋ ਵੀ ਵਿਉਂਤਬੰਦੀ ਬਣਾਈ ਜਾ ਰਹੀ ਹੈ, ਜੇ ਇੱਕ ਆਮ ਇਨਸਾਨ ਦੀ ਤਰ੍ਹਾਂ ਇਹਨੂੰ ਦੇਖਣਾ ਹੋਵੇ ਤਾਂ ਦਰਸ਼ਕੋ ਦਲਜੀਤ ਜੀ ਦੇ ਨਾਲ ਸਾਡਾ ਕਨੈਕਸ਼ਨ ਦੁਬਾਰਾ ਜੁੜ ਗਿਆ। ਦਲਜੀਤ ਜੀ, ਕਨੈਕਸ਼ਨ ਤੁਹਾਡੇ ਨਾਲ ਜਿਹੜਾ ਕੱਟਿਆ ਗਿਆ ਸੀ, ਤੁਸੀਂ ਆਪਣੀ ਗੱਲ ਜਿਹੜੀ ਆ ਦਰਸ਼ਕਾਂ ਦੇ ਨਾਲ ਜਾਰੀ ਰੱਖ ਸਕਦੇ ਹੋ। ਬਿਲਕੁਲ ਵਿੱਚ ਕਈ ਵਾਰ ਨੈਟਵਰਕ ਦੀ ਪ੍ਰੋਬਲਮ ਆ ਜਾਂਦੀ ਹੈ। ਖੈਰ, ਮੈਂ ਇਹ ਕਹਿ ਰਿਹਾ ਸੀ ਕਿ 2 ਮਹੀਨਿਆਂ ਤੋਂ ਤਕਰੀਬਨ ਪਹਿਲਾਂ ਤੋਂ ਇਹ ਸਾਰਾ ਕੁਝ ਜਿਹੜਾ ਚੱਲਦਾ ਆਉਂਦਾ ਪਿਆ, ਪਰ ਇਹ ਇੱਕ ਵਾਰ ਫੇਰ ਅੱਜ ਜ਼ਮਾਨਤ ਦਾ ਸਮਾਂ ਆਇਆ ਤੇ ਜਿਹੜੀ ਟੀਮ ਸੀ ਲੱਗੀ ਹੋਈ ਵਕੀਲਾਂ ਦੀ, ਮਨਦੀਪ ਸਿੱਧੂ ਵੀ ਹੈਗੇ ਨੇ ਜਾਂ ਫਿਰ ਹੋਰ ਜਿਹੜੇ ਲੋਕ, ਸੋ ਉਹਨਾਂ ਦੀ ਬੜੀ ਇੱਕ ਹਾਰਡ ਵਰਕ ਮਿਹਨਤ ਕਰਕੇ ਇਹ ਜ਼ਮਾਨਤ ਤੱਕ ਪਹੁੰਚਿਆ ਸੀ। ਸੋ ਜ਼ਮਾਨਤ ਵਾਲੇ ਦਿਨ ਅਗਲਾ ਕੇਸ ਜਿਹੜਾ ਹੈ ਉਹ ਪਾ ਕੇ ਤੇ ਦੁਬਾਰਾ ਰਿਮਾਂਡ ਮੰਗ ਲਿਆ ਜਾਣਾ, ਕਿਤੇ ਨਾ ਕਿਤੇ ਲੱਗ ਰਿਹਾ ਵੀ ਸਰਕਾਰ ਨਹੀਂ ਚਾਹੁੰਦੀ ਦੀਪ ਸਿੱਧੂ ਦੁਬਾਰਾ ਬਾਹਰ ਆਵੇ, ਯੂਥ ਦਾ ਚਿਹਰਾ ਬਣੇ ਤੇ ਮੋਰਚੇ ਨੂੰ ਉਹਦੇ ਨਾਲ ਇੱਕ ਪੰਪ ਮਿਲੇ ਜਾਂ ਹੁਲਾਰਾ ਮਿਲੇ, ਜਿਹਦੇ ਨਾਲ ਮੋਰਚੇ ਦੇ ਨਾਲ ਫਿਰ ਕੇਂਦਰ ਦੀਆਂ ਸਰਕਾਰ ਦੀਆਂ ਜਿਹੜੀਆਂ ਨਾਸਾਂ ਦੇ ਵਿੱਚ ਦਮ ਕੀਤਾ ਜਾ ਸਕੇ। ਸੋ ਕਿਤੇ ਨਾ ਕਿਤੇ ਸਰਕਾਰ ਇਹ ਨਹੀਂ ਚਾਹੁੰਦੀ। ਜੀ ਦੀਪ ਸਿੱਧੂ ਨੂੰ ਕਿਸਾਨ ਆਗੂਆਂ ਵੱਲੋਂ ਜੋ ਸੰਯੁਕਤ ਕਿਸਾਨ ਮੋਰਚੇ ਦੇ ਜਥੇਬੰਦੀਆਂ ਜੋ ਉਸ ਦੇ ਵਿੱਚ ਸ਼ਾਮਲ ਨੇ, ਤਕਰੀਬਨ ਬਹੁਤ ਕਿਸਾਨ ਆਗੂਆਂ ਵੱਲੋਂ ਮਨਾ ਕਰ ਦਿੱਤਾ ਗਿਆ ਕਿ ਜੇਕਰ ਦੀਪ ਦੀ ਰਿਹਾਈ ਹੋ ਵੀ ਜਾਂਦੀ ਹੈ, ਜ਼ਮਾਨਤ ਹੋ ਵੀ ਜਾਂਦੀ ਆ, ਫਿਰ ਵੀ ਦੀਪ ਸਿੱਧੂ ਦੀ ਵਾਪਸੀ ਮੋਰਚੇ ਦੇ ਵਿੱਚ ਨਹੀਂ ਹੋਊਗੀ। ਫਿਰ ਸਰਕਾਰ ਨੂੰ ਦੀਪ ਸਿੱਧੂ ਤੋਂ ਇੰਨਾ ਖਤਰਾ ਕਿਸ ਗੱਲ ਦਾ ਹੈਗਾ? ਦੇਖੋ ਸੰਸਾਰ, ਦੀਪ ਸਿੱਧੂ ਪਹਿਲਾਂ ਵੀ ਸੰਯੁਕਤ ਮੋਰਚੇ ਦੀ ਸਟੇਜ ਤੋਂ ਨਹੀਂ ਬੋਲਦੇ ਰਹੇ। ਉਹਨਾਂ ਦਾ ਇੱਕ ਬਾਹਰ ਬੈਠ ਕੇ ਜਿਵੇਂ ਮੋਰਚੇ ਨੂੰ ਸਪੋਰਟ ਕਰਨਾ ਹੀ ਸਰਕਾਰ ਦੇ ਵਾਸਤੇ ਇੱਕ ਬੜੀ ਵੱਡੀ ਗੱਲ ਸੀ, ਇੱਕ ਗਲੇ ਦੀ ਹੱਡੀ ਵਜੋਂ ਕਹਿ ਸਕਦੇ ਹਾਂ ਵੀ ਇਸ ਤਰ੍ਹਾਂ ਸੀਗਾ। ਹੁਣ ਲੱਖਾ ਸਿਧਾਣਾ ਤੇ ਦੀਪ ਸਿੱਧੂ ਦੋਵੇਂ ਇਹੋ ਜਿਹੇ ਚਿਹਰੇ ਨੇ ਜਿਨ੍ਹਾਂ ਨੇ ਜ਼ਿਆਦਾ ਕਦੇ ਸੰਯੁਕਤ ਮੋਰਚੇ ਦੀ ਸਟੇਜ ਤੋਂ ਬੋਲਿਆ ਨਹੀਂ, ਨਾ ਹੀ ਕਿਸਾਨ ਆਗੂਆਂ ਦੇ ਨਾਲ ਇਹਨਾਂ ਦੀ ਜ਼ਿਆਦਾ ਬਣੀ ਹੈ, ਪਰ ਫਿਰ ਵੀ ਇਹ ਮੋਰਚੇ ਦੀ ਸਪੋਰਟ ਵਾਸਤੇ ਬੜਾ ਵੱਡਾ ਜਿਹੜਾ ਕਹਿ ਲਈਏ ਕਿ ਇੱਕ ਪਹਿਲ ਕਦਮੀ ਜਾਂ ਫਿਰ ਨੌਜਵਾਨੀ ਦੇ ਵਿੱਚ ਜੋਸ਼ ਭਰਨ ਦਾ ਕੰਮ ਇਹ ਨੌਜਵਾਨ ਕਰਦੇ ਆਏ ਆ। ਸੋ ਜਿੱਥੇ ਆਪਾਂ ਯੂਥ ਆਗੂਆਂ ਦੀ ਗੱਲ ਕਰਦੇ ਹਾਂ, ਉਹ ਸਟੇਜ ਤੋਂ ਬੋਲਦੇ ਰਹੇ ਨੇ। ਇਹ ਨੌਜਵਾਨ ਜਿਹੜੇ ਸੀਗੇ ਇਹ ਸਟੇਜ ਤੋਂ ਥੱਲੇ ਰਹਿ ਕੇ ਜਾਂ ਫਿਰ ਸੋਸ਼ਲ ਮੀਡੀਆ ਨੂੰ ਇੱਕ ਆਧਾਰ ਬਣਾ ਕੇ ਬੋਲਦੇ ਰਹੇ ਨੇ, ਜਿਨ੍ਹਾਂ ਦੇ ਬੋਲਾਂ ਦੇ ਉੱਤੇ ਨੌਜਵਾਨ ਫੁੱਲ ਚੜਾਉਂਦੇ ਰਹੇ ਆ। ਤੇ ਵੱਡੀ ਗਿਣਤੀ ਦੇ ਵਿੱਚ ਜਿੱਥੇ ਵੀ ਰੋਡ ਘੇਰਨੇ ਹੋਣ ਜਾਂ ਫਿਰ ਕਿਤੇ ਕੋਈ ਹਮਲਾ ਮਾਰਨਾ ਹੋਵੇ, ਬੈਰੀਕੇਡ ਤੋੜਦੇ ਹੋਣ, ਤਾਂ ਇਹਨਾਂ ਨੌਜਵਾਨਾਂ ਦਾ ਵੱਡਾ ਰੋਲ ਸੀਗਾ, ਜਿਹਦੇ ਕਰਕੇ ਸਾਰਾ ਸੰਭਵ ਹੁੰਦਾ ਆਇਆ। ਸੋ ਸਰਕਾਰ ਕਿਤੇ ਨਾ ਕਿਤੇ ਇਹ ਗੱਲ ਨੂੰ ਲੈ ਕੇ ਖੌਫਜ਼ਦਾ ਹੈ ਕਿ ਲੱਖਾ ਸਿਧਾਣਾ ਤਾਂ ਸਾਡੇ ਕੋਲੋਂ ਫੜਿਆ ਨਹੀਂ ਗਿਆ, ਜਾਂ ਫਿਰ ਜੋ ਵੀ ਕਹਿ ਲਈਏ ਵੀ ਇੱਕ ਪਾਸੇ ਉਹ ਆਪਾਂ ਕਹਿ ਸਕਦੇ ਕਿ ਧੜਾ ਜਿਹੜਾ ਭਾਰੀ ਹੈ, ਜਿੱਥੇ ਤੱਕ ਉਹ ਪਹੁੰਚ ਨਹੀਂ ਸਕਦੇ। ਸੋ ਦੂਸਰਾ ਹੁਣ ਦੀਪ ਸਿੱਧੂ ਹੈ। ਜੇਕਰ ਦੋਨੇ ਨੌਜਵਾਨ ਫਿਰ ਤੋਂ ਬਾਹਰ ਆ ਜਾਂਦੇ ਨੇ ਤਾਂ ਮੋਰਚਾ 26 ਤੋਂ ਪਹਿਲਾਂ ਵਰਗਾ ਚੜ੍ਹਦੀ ਕਲਾ ਦੇ ਵਿੱਚ ਜਾ ਸਕਦਾ ਹੈ। ਸੋ ਇਹੀ ਡਰ ਸਰਕਾਰ ਨੂੰ ਹੈਗਾ ਜੀ। ਕਿਸਾਨ ਆਗੂਆਂ ਵੱਲੋਂ ਲੱਖੇ ਦੀ ਵਾਪਸੀ ਜਿਹੜੀ ਆ ਕਰਵਾ ਦਿੱਤੀ ਗਈ ਆ। ਹਾਲਾਂਕਿ ਲੱਖਾ ਸਿਧਾਣਾ ਸਿੰਘੂ ਬਾਰਡਰ ਦੀ ਸਟੇਜ ਤੋਂ ਜੋ ਕਿਸਾਨ ਆਗੂਆਂ ਵੱਲੋਂ ਕਿਹਾ ਗਿਆ ਸੀ, ਉੱਥੇ ਹਲੇ ਤੱਕ ਸਪੀਚ ਨਹੀਂ ਕੀਤੀ ਉਹਨਾਂ ਨੇ, ਨਾ ਉਹ KMP ਪਹੁੰਚੇ ਜਦੋਂ ਪਿੱਛੇ ਜੇ ਬਲੌਕ ਕੀਤਾ ਗਿਆ ਸੀ। ਕੀ ਕਾਰਨ ਹੈ ਕਿ ਬਾਰ-ਬਾਰ ਲੱਖੇ ਦੀ ਵਾਪਸੀ ਤਾਂ ਕਰਵਾ ਦਿੱਤੀ ਗਈ ਆ, ਦੀਪ ਸਿੱਧੂ ਨੂੰ ਬਾਰ-ਬਾਰ ਕਿਸਾਨ ਆਗੂਆਂ ਵੱਲੋਂ ਨਿਸ਼ਾਨਾ ਬਣਾਉਣਾ, ਜਦ ਕਿ ਤੁਸੀਂ ਹੁਣੇ ਕਹਿ ਕੇ ਹਟਿਓ ਕਿ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਦੀਪ ਨੂੰ ਫੋਲੋ ਕਰਦੇ ਨੇ? ਦੇਖੋ, ਸਭ ਤੋਂ ਪਹਿਲਾਂ ਤੇ ਆਪਾਂ ਨੂੰ ਇੱਕ ਪਿਛਲੇ ਦਿਨੀ ਡਾਕਟਰ ਉਦੋਂ ਕੇ ਹੋਰਾਂ ਦਾ ਹਰ ਕੋਈ ਸਵਾਲ ਕਰ ਰਿਹਾ, ਸੋਸ਼ਲ ਮੀਡੀਆ ਹੋ ਜਾਏ ਜਾਂ ਫਿਰ ਪੰਜਾਬ ਦਾ ਮੀਡੀਆ ਹੋ ਜਾਏ, ਵੀ ਭਾਈ ਦੀਪ ਸਿੱਧੂ ਵਾਪਸ ਤੁਹਾਡੇ ਮੋਰਚੇ ਚ ਆਏਗਾ, ਲੱਖਾ ਸਿਧਾਣਾ ਮੋਰਚੇ ਚ ਆਏਗਾ। ਇਹ ਮਾਈਕ ਲੈ ਕੇ ਸਵਾਲ ਕੀਤੇ ਤੇ ਉਹਦਾ ਰਿਐਕਸ਼ਨ ਜਿਹੜਾ ਕਿਸਾਨ ਆਗੂਆਂ ਵੱਲੋਂ ਮਿਲਦਾ ਰਿਹਾ, ਉਹ ਕਈ ਵਾਰ ਜਿਹੜਾ ਹੈ ਗੁੱਸੇ ਦਾ ਪ੍ਰਤੀਕਰਮ ਵੀ ਦਿੰਦੇ ਰਹੇ ਆ। ਕੋਈ ਕਹਿ ਦੂੰਗਾ ਵੀ ਨਹੀਂ, ਸਾਡੇ ਮੋਰਚੇ ਦੇ ਵਿੱਚ ਉਹਦੀ ਕੋਈ ਥਾਂ ਨਹੀਂ ਹੈ, ਲੱਖਾ ਸਿਧਾਣਾ ਆ ਸਕਦਾ ਪਰ ਮਾਫੀ ਮੰਗ ਕੇ ਆਏਗਾ। ਸੋ ਦੋਨਾਂ ਨੌਜਵਾਨਾਂ ਵਾਲੇ ਕਿਤੇ ਨਾ ਕਿਤੇ ਸ਼ਸ਼ੋ ਪੰਜ ਦੇ ਵਿੱਚ ਨੇ। ਇਹ ਕਿਸਾਨ ਆਗੂ ਜਾਂ ਫਿਰ ਚਾਹੁੰਦੇ ਨਹੀਂ ਵੀ ਇਹ ਦੋਨੋਂ ਨੌਜਵਾਨ ਜਿਹੜੇ ਵਾਪਸ ਆਉਣ। ਸੁਖਪ੍ਰੀਤ ਸਿੰਘ ਉਦੋਂ ਕੇ ਹੋਰਾਂ ਨੇ ਜਿਹੜੇ ਵਿਦਵਾਨ ਨੇ ਕੌਮ ਦੇ, ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈ ਵੀ ਭਾਈ ਤੁਸੀਂ ਜਾ ਕੇ ਬਾਰ-ਬਾਰ ਕਿਸਾਨ ਆਗੂਆਂ ਨੂੰ ਇਹ ਗੱਲ ਪੁੱਛਦੇ ਹੋ ਕਿ ਜਿਹੜਾ ਦੀਪ ਸਿੱਧੂ ਲੱਖਾ ਸਿਧਾਣਾ ਮੋਰਚੇ 'ਚ ਵਾਪਸ ਲਾਉਂਗੇ, ਤੇ ਉਦੋਂ ਕੀ ਨੇ ਸਵਾਲ ਕੀਤਾ ਵੀ ਤੁਸੀਂ ਜਿਹੜੇ ਸਵਾਲ ਪੁੱਛ ਰਹੇ ਹੋ, ਤੁਸੀਂ ਕਦੇ ਦੀਪ ਸਿੱਧੂ ਦੀ ਟੀਮ ਦੇ ਨਾਲ ਗੱਲ ਕੀਤੀ ਹੈ ਕਿ ਦੀਪ ਸਿੱਧੂ ਉਸ ਮੋਰਚੇ ਦੇ ਵਿੱਚ ਸੰਯੁਕਤ ਮੋਰਚੇ ਦੀ ਸਟੇਜ ਤੇ ਵਾਪਸ ਜਾਣਾ ਚਾਹੁੰਦਾ ਵੀ ਹੈ ਜਾਂ ਨਹੀਂ? ਮਤਲਬ ਉਹਨਾਂ ਦਾ ਇਹ ਗੱਲ ਸਾਫ਼ ਸੀ ਕਿ ਨਾ ਤਾਂ ਸੁਖਪ੍ਰੀਤ ਸਿੰਘ ਉਦੋਂ ਕੇ ਹੋਰੀ, ਨਾ ਵੀਰ ਸਿੰਘ ਲੰਬੇ ਸਮੇਂ ਤੋਂ, ਨਾ ਹਰਪ੍ਰੀਤ ਸਿੰਘ ਦੇਵਗਨ ਜਿਹੜੇ ਹੈਗੇ ਗਰੁੱਪ ਜਿਹੜਾ ਹੈਗਾ ਉਹ ਸੰਯੁਕਤ ਮੋਰਚੇ ਦੀ ਸਟੇਜ ਤੋਂ ਕਦੇ ਵੀ ਨਹੀਂ ਬੋਲਿਆ। ਇੱਕ ਅੱਧੀ ਵਾਰ ਜੇ ਕਿਤੇ ਬੋਲ ਗਏ ਹੁਣ ਤਾਂ ਗੱਲ ਵੱਖਰੀ ਹੈ। ਸੋ ਉਹ ਮੋਰਚੇ ਨੂੰ ਸਪੋਰਟ ਕਰ ਰਹੇ ਨੇ ਪਰ ਬਾਹਰੋਂ ਬਹਿ ਕੇ ਕਰ ਰਹੇ ਆ। ਤੇ ਜੇ ਹੁਣ ਦੀਪ ਸਿੱਧੂ ਬਾਹਰ ਆ ਜਾਂਦਾ, ਅੱਜ ਜ਼ਮਾਨਤ ਠੀਕ ਹੈ, ਅੱਜ ਰੁਕ ਗਈ ਹੈ,
ਪਰ ਇੱਥੇ ਇੱਕ ਗੱਲ ਕਰਨੀ ਬਹੁਤ ਜ਼ਰੂਰੀ ਹੈਗੀ ਆ। ਜਿੰਨੇ ਦੀਪ ਸਿੱਧੂ ਦੇ ਪ੍ਰਸ਼ੰਸਕ ਹੈਗੇ, ਆਪਾਂ ਇਹ ਵੀ ਗੱਲ ਦੱਸ ਦੇਣਾ ਚਾਹੁੰਦੇ ਆ ਵੀ ਇਹ ਕੇਸ ਜਿਹੜਾ ਹੈਗਾ ਬਹੁਤਾ ਵੱਡਾ ਨਹੀਂ ਹੈ। ਕਿਸੇ ਵਕੀਲ ਸਾਹਿਬ ਦੇ ਨਾਲ ਗੱਲ ਹੋ ਰਹੀ ਸੀ, ਉਹਨਾਂ ਦਾ ਕਹਿਣਾ ਵੀ ਇਹਦੇ ਵਿੱਚ ਜੇ ਕਸੂਰਵਾਰ ਬੰਦਾ ਪਾਇਆ ਜਾਂਦਾ ਤਾਂ 1 ਸਾਲ ਦੀ ਸਜ਼ਾ ਹੋ ਸਕਦੀ ਹੈ, ਪਰ ਇਹਦੇ ਵਿੱਚ ਬੜੇ ਵੱਡੇ ਸਬੂਤ ਚਾਹੀਦੇ ਹੁੰਦੇ ਨੇ, ਬੜੇ ਪ੍ਰੂਫ ਚਾਹੀਦੇ ਹੁੰਦੇ ਨੇ ਵੀ ਇਹ ਬੰਦੇ ਨੇ ਵਾਕਿਆ ਕੰਮ ਕੀਤਾ। ਉਹਦੇ ਵੀਡੀਓ ਐਵੀਡੈਂਸ ਹੋ ਸਕਦੇ ਆ ਜਾਂ ਫਿਰ ਗਵਾਹ ਪੇਸ਼ ਕੀਤੇ ਜਾ ਸਕਦੇ ਨੇ। ਪਰ ਜਦੋਂ ਹੁਣ ਤੱਕ ਦੇ ਮਾਮਲਿਆਂ ਦੇ ਵਿੱਚ ਜ਼ਮਾਨਤ ਦੀ ਗੱਲ ਕਰਦੇ ਆ, ਜਿਸ ਕੇਸ ਵਿੱਚ ਅੱਜ ਦੀਪ ਸਿੱਧੂ ਨੂੰ ਜ਼ਮਾਨਤ ਮਿਲੀ ਹੈ, ਤਾਂ ਉਹਦੇ ਵਿੱਚ ਕੋਈ ਵੀ ਠੋਸ ਸਬੂਤ ਜਿਹੜਾ ਹੈ ਉਹ ਸਾਹਮਣੇ ਨਹੀਂ ਆ ਸਕਿਆ। ਇਸ ਕਰਕੇ ਹੀ ਆਪਾਂ ਇਹ ਕਹਿ ਸਕਦੇ ਵੀ ਛੋਟੀ ਜਿਹੀ ਰਕਮ ਹੈ 30,000 ਰੁਪਇਆ, ਉਹ ਜ਼ਮਾਨਤ ਦੇ ਤੌਰ ਤੇ ਰੱਖ ਕੇ ਤੇ ਦੀਪ ਸਿੱਧੂ ਨੂੰ ਛੱਡ ਦਿੱਤਾ ਗਿਆ। ਸੋ ਇੱਥੋਂ ਹਿਸਾਬ ਕਿਤਾਬ ਲਾਇਆ ਜਾ ਸਕਦਾ ਵੀ ਜਿਸ ਬੰਦੇ ਦੇ ਉੱਤੇ 1 ਲੱਖ ਰੁਪਇਆ ਇਨਾਮ ਰੱਖਿਆ ਹੋਵੇ, ਉਹਦੀ ਜ਼ਮਾਨਤ ਦੀ ਵਾਰੀ ਆਉਂਦੀ ਹੈ ਤਾਂ ਸਿਰਫ ਤੇ ਸਿਰਫ 30,000 ਰੁਪਇਆ ਲੈ ਕੇ ਉਹਨੂੰ ਜ਼ਮਾਨਤ ਦੇ ਦਿੱਤੀ ਜਾਂਦੀ ਹੈ। ਸੋ ਇੱਥੋਂ ਤੁਸੀਂ ਵੀ ਸਮਝ ਸਕਦੇ ਹੋ, ਸਾਡੇ ਦਰਸ਼ਕ ਵੀ, ਕਿ ਇਹ ਕੇਸ ਬੜਾ ਵੱਡਾ ਨਹੀਂ ਸੀਗਾ ਵੀ ਜਿਹਨੂੰ ਵਧਾ ਚੜਾ ਕੇ ਸਾਡਾ ਕੁਝ ਐਸਾ ਮੀਡੀਆ, ਭਾਰਤੀ ਮੀਡੀਆ ਮੈਂ ਖਾਸ ਤੌਰ ਤੇ ਕਹਾਂਗਾ ਕਿ ਉਹਨਾਂ ਵੱਲੋਂ ਬੜੇ ਵੱਡੇ ਪੱਧਰ ਦੇ ਉੱਤੇ ਇਹਨੂੰ ਪੇਸ਼ ਕੀਤਾ ਗਿਆ ਸੀ ਵੀ ਅੱਤਵਾਦੀ ਹੈ, ਇਹ ਵਿਦੇਸ਼ੀ ਤਾਕਤਾਂ ਦੇ ਨਾਲ ਜੁੜੇ ਹੋਇਆ, ਇਹਨੂੰ ਫੰਡ ਆ ਰਹੇ ਨੇ। ਇਹ ਸਾਰਾ ਕੁਝ ਹੁਣ ਉਹ ਦੱਸਣ ਵੀ ਉਹ ਸਹੀ ਸੀ ਜਾਂ ਫਿਰ ਅੱਜ ਜਿਹੜੀ ਦਿੱਲੀ ਦੀ ਕੋਰਟ 30,000 ਕੋਰਟ ਹੈ ਉਸਨੇ ਇਹ ਸਹੀ ਫੈਸਲਾ ਕੀਤਾ, ਜਾਂ ਫਿਰ ਅੱਜ ਕੋਰਟ ਗਲਤ ਹੈ ਤੇ ਜਾਂ ਫਿਰ ਉਹ ਲੋਕ ਗਲਤ ਸੀਗੇ। ਇੱਥੇ ਹੁਣ ਗੱਲ ਮੰਨਣੀ ਪਊਗੀ। ਤੇ ਕੁਝ ਕੁ ਕਿਸਾਨ ਆਗੂਆਂ ਦੇ ਬਾਰੇ ਵੀ ਇਹ ਗੱਲ ਆਪਾਂ ਸਪਸ਼ਟ ਕਰ ਦਈਏ, ਜਿਨ੍ਹਾਂ ਨੇ ਇਹ ਗੱਲ ਕਹੀ ਸੀ ਵੀ ਇਹਨਾਂ ਨੂੰ ਝੰਡਾ ਚੜਾਉਣ ਦੇ ਪੈਸੇ ਮਿਲੇ, ਕਈ ਡਾਲਰ ਜਿਹੜੇ ਹੈ ਅਨਾਉਂਸ ਕੀਤੇ ਗਏ ਸੀ ਕਿਸੇ ਜਥੇਬੰਦੀ ਵੱਲੋਂ। ਸੋ ਅੱਜ ਉਹਨਾਂ ਆਗੂਆਂ ਨੂੰ ਵੀ ਸਵਾਲ ਕਰਨਾ ਬਣਦਾ ਵੀ ਭਾਈ ਜੇ ਤੁਹਾਡੀ ਉਹ ਗੱਲ ਸਹੀ ਸੀ ਕਿ ਦੀਪ ਸਿੱਧੂ ਨੇ ਪੈਸੇ ਲੈ ਕੇ ਝੰਡਾ ਚੜਾਇਆ, ਤਾਂ ਅੱਜ ਕੀ ਭਾਰਤ ਦੀਆਂ ਖੁਫੀਆ ਏਜੰਸੀਆਂ ਜਿਹੜੀਆਂ ਨੇ ਉਹਨਾਂ ਦੀ ਫੂਕ ਨਿਕਲ ਚੁੱਕੀ ਹੈ ਜਾਂ ਫਿਰ ਉਹਨਾਂ ਕੋਲ ਇੰਨਾ ਤਜਰਬਾ ਨਹੀਂ ਹੈ ਕਿ 30,000 ਦੀ ਜ਼ਮਾਨਤ ਤੇ ਦੀਪ ਸਿੱਧੂ ਨੂੰ ਰਿਹਾ ਕਰ ਰਹੀ ਹੈ। ਹੁਣ ਨਾਲ ਨਾਲ ਅਗਲੀ ਆਪਾਂ ਗੱਲ ਕਰ ਲਈਏ ਕਿ ਅੱਜ ਉਹਨਾਂ ਨੂੰ ਦੁਬਾਰਾ ਅਗਲੇ ਕੇਸ ਦੇ ਵਿੱਚ ਉਲਝਾ ਲਿਆ ਗਿਆ। ਜੀ ਹਾਂਜੀ, ਤੁਹਾਡਾ ਸਵਾਲ। ਹਾਂਜੀ, ਦੀਪ ਸਿੱਧੂ ਲਾਲ ਕਿਲੇ ਦੇ ਉੱਪਰ ਮੌਜੂਦ ਰਹਿ ਕੇ 26 ਜਨਵਰੀ ਨੂੰ ਲਾਈਵ ਹੋ ਜਾਂਦੇ ਨੇ ਫੇਸਬੁੱਕ ਤੇ। ਉਹਨਾਂ ਵੱਲੋਂ ਕਿਹਾ ਜਾਂਦਾ ਕਿ ਸਾਲ ਨਿਸ਼ਾਨ ਲਾਲ ਕਿਲੇ ਦੇ ਉੱਪਰ ਚੜ ਗਿਆ, ਚੁਲਾ ਦਿੱਤਾ ਗਿਆ। ਜਦ ਕਿ ਹੋਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਨੇ ਉਹ ਲਾਲ ਕਿਲੇ ਦੇ ਵਿੱਚ ਉਸ ਟਾਈਮ ਆਪਾਂ ਵੀਡੀਓ ਦੇ ਵਿੱਚ ਦੇਖ ਵੀ ਸਕਦੇ ਆ, ਕਹਿ ਰਹੇ ਨੇ ਕਿ ਦੀਪ ਸਿੱਧੂ ਨੂੰ ਜਿਵੇਂ ਦੇਸੀ ਭਾਸ਼ਾ ਦੇ ਵਿੱਚ ਆਪਾਂ ਕਹਿ ਲਈਏ ਕਿ ਬਲੀ ਦਾ ਬੱਕਰਾ ਜਾਣਬੁੱਝ ਕੇ ਬਣਾਇਆ ਗਿਆ, ਕਿ ਇੱਕ ਨਾਮ ਸੀਗਾ ਕਿ ਮੋਰਚੇ ਤੋਂ ਦੂਰ ਕਰਨ ਦੇ ਲਈ ਇਹਨਾਂ ਨੂੰ ਕੀਤਾ ਗਿਆ। ਇਹ ਕੁਝ ਕਿਸਾਨ ਆਗੂਆਂ ਦੇ ਉੱਪਰ ਵੀ ਦੋਸ਼ ਲੱਗੇ ਨੇ ਕਿ ਦੀਪ ਨੂੰ ਸਾਈਡ ਤੇ ਕਰਨ ਦੇ ਲਈ ਦੀਪ ਨੂੰ ਨਿਸ਼ਾਨਾ ਬਣਾਇਆ ਗਿਆ। ਦੇਖੋ, ਇੱਕ ਆਮ ਇਨਸਾਨ ਵਾਂਗੂ ਜੇਕਰ ਆਪਾਂ ਬਾਹਰੋਂ ਬੈਠ ਕੇ ਸਾਰੇ ਘਟਨਾਕ੍ਰਮ ਨੂੰ ਵਾਚੀਏ, ਦੇਖੀਏ, ਹੁਣ ਸ਼ੁਰੂ ਤੋਂ ਲੈ ਕੇ ਹੁਣ ਤੱਕ ਜੋ ਵੀ ਆਪਾਂ ਨੂੰ ਦੇਖਣ ਦੇ ਵਿੱਚ ਜੋ ਅਸੀਂ ਮਹਿਸੂਸ ਕਰਦੇ ਹਾਂ, ਜੋ ਬੰਦਾ ਕਹਿੰਦੇ ਨਾ ਵੀ ਬਾਹਰ ਬੈਠ ਕੇ ਅਬਜ਼ਰਵ ਕਰ ਸਕਦਾ, ਉਹ ਵਿੱਚ ਬੈਠਾ ਵੀ ਕਈ ਵਾਰੀ ਨਹੀਂ ਕਰਦਾ। ਸੋ ਬਾਹਰ ਬੈਠ ਕੇ ਅਬਜ਼ਰਵ ਜੇਕਰ ਆਪਾਂ ਇਸ ਤੋਂ ਕਰਦੇ ਹਾਂ ਤਾਂ 26 ਜਨਵਰੀ ਤੱਕ ਘਟਨਾ ਬਹੁਤ ਦੇਰ ਦੇ ਨਾਲ ਵਾਪਰੀ ਹੈ। ਉਸ ਤੋਂ ਪਹਿਲਾਂ ਹੀ ਇਹਨਾਂ ਦੋਨਾਂ ਨੌਜਵਾਨਾਂ ਦਾ ਆਗੂ ਜਿਹੜੇ ਨੇ, ਇਹਨਾਂ ਦਾ ਵਿਰੋਧ ਸ਼ੁਰੂ ਹੋ ਗਿਆ ਸੀ। ਇਹ ਗੱਲ ਮੰਨਣੀ ਪਊਗੀ। ਅਸੀਂ ਸਾਰੇ ਕਿਸਾਨ ਆਗੂਆਂ ਨੂੰ ਇਹ ਨਹੀਂ ਕਹਿੰਦੇ ਵੀ ਸਾਰੇ ਹੀ ਇੱਕੋ ਆਪਾਂ ਕਹਿ ਲਈਏ ਵੀ ਰਸੇ ਦੇ ਨਾਲ ਬੰਨੇ ਹੋਏ ਨੇ ਜਾਂ ਇੱਕੋ ਸੋਚ ਨੂੰ ਲੈ ਕੇ ਪਰਨਾਏ ਹੋਏ ਨੇ, ਪਰ ਕਿਤੇ ਨਾ ਕਿਤੇ ਜਿਹੜੇ ਇਹਨਾਂ ਦੋ ਨੌਜਵਾਨ ਜਿਹੜੇ ਆਗੂ ਹੈਗੇ, ਇਹਨਾਂ ਤੋਂ ਉਹ ਖੌਫਜ਼ਦਾ ਸੀ ਕਿ ਇਹ ਬੰਦੇ ਅੱਗੇ ਨਹੀਂ ਆਉਣੇ ਚਾਹੀਦੇ, ਜਾਂ ਫਿਰ ਇਹ ਕਹਿ ਲਈਏ ਵੀ ਹਾਈਲਾਈਟ ਨਹੀਂ ਹੋਣੇ ਚਾਹੀਦੇ, ਜਿਹਦੇ ਨਾਲ ਸਾਡੀ ਆਮ ਲੋਕਾਂ ਦੇ ਵਿੱਚ ਜਿਹੜੀ ਚਰਚਾ ਘਟ ਜੂਗੀ। ਅਸੀਂ ਜਿੰਨੇ ਕੁ ਹੁਣ ਤੱਕ ਆਪਣਾ ਆਪ ਬਣਾਇਆ, ਜਿੰਨਾ ਕੁ ਆਪਣੇ ਆਪ ਨੂੰ ਸਥਾਪਿਤ ਕੀਤਾ, ਉਹ ਸਾਡਾ ਗ੍ਰਾਫ ਜਿਹੜਾ ਹੈ ਡਿੱਗ ਸਕਦਾ ਜੇ ਇਹ ਨੌਜਵਾਨ ਆਗੂ ਅੱਗੇ ਆ ਜਾਂਦੇ ਨੇ। ਸੋ 26 ਜਨਵਰੀ ਦਾ ਘਟਨਾ ਬਾਅਦ ਚ ਵਾਪਰੀ ਹੈ ਤੇ ਤਕਰੀਬਨ 23 ਜਨਵਰੀ ਦੀ ਘਟਨਾ, ਜਿਸ ਦਿਨ ਬਲਬੀਰ ਸਿੰਘ ਰਾਜੇਵਾਲ ਹੋਰਾਂ ਦਾ ਇੱਕ ਮੀਡੀਆ ਦੇ ਨਾਲ ਗੱਲਬਾਤ ਹੁੰਦੀ ਹੈ, ਤਾਂ ਉਹਨਾਂ ਵੱਲੋਂ ਇਹ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਵੀ ਭਾਈ ਦੀਪ ਸਿੱਧੂ, ਲੱਖਾ ਸਿਧਾਣਾ ਇਹ RSS ਦੇ ਬੰਦੇ ਨੇ। ਹੁਣ ਆਪਾਂ ਇੱਥੇ ਸਵਾਲ ਇੱਕ ਹੋਰ ਖੜਾ ਕਰ ਦਈਏ। ਇੱਕ ਤਾਂ ਆਪਾਂ ਪਹਿਲਾਂ ਕਰ ਦਿੱਤਾ ਵੀ ਕਿਸੇ ਜਥੇਬੰਦੀ ਵੱਲੋਂ ਪੈਸੇ ਦੇ ਕੇ ਝੰਡਾ ਚੜਾਇਆ ਗਿਆ। ਹੁਣ ਦੂਸਰਾ ਸਵਾਲ ਜਿਹੜਾ ਪੈਦਾ ਇੱਥੇ ਹੋ ਜਾਂਦਾ ਵੀ ਜੇਕਰ ਇਹ ਦੋਨੋਂ ਨੌਜਵਾਨ RSS ਦੇ ਬੰਦੇ ਸੀ ਤਾਂ ਲੱਖੇ ਸਿਧਾਣੇ ਦੀ ਮੁੜ ਵਾਪਸੀ ਦਾ ਰਾਹ ਕਿਵੇਂ ਬਣਿਆ? ਕੀ ਤੁਸੀਂ RSS ਦੇ ਬੰਦਿਆਂ ਨੂੰ ਇਸ ਮੋਰਚੇ ਦੇ ਵਿੱਚ ਲਿਆ ਕੇ ਮੋਰਚਾ ਫੇਰ ਕਰਨਾ ਚਾਹੁੰਦੇ ਹੋ? ਪਹਿਲਾ ਸਵਾਲ। ਦੂਜਾ ਸਵਾਲ ਇਹ ਬਣ ਜਾਂਦਾ ਦੀਪ ਸਿੱਧੂ ਦੇ ਉੱਤੇ, ਜੇਕਰ ਦੀਪ ਸਿੱਧੂ RSS ਦਾ ਬੰਦਾ ਹੈ, ਯਾਨੀ ਕਿ ਸਿੱਧੇ ਤੌਰ ਤੇ BJP ਦਾ ਬੰਦਾ, ਤਾਂ ਅੱਜ ਉਹਦੀ ਜ਼ਮਾਨਤ ਹੁੰਦੀ ਰੋਕ ਦਿੱਤੀ ਗਈ ਹੈ। 14 ਦਿਨ ਦਾ ਰਿਮਾਂਡ ਵੀ ਹੋ ਚੁੱਕਿਆ। ਤਕਰੀਬਨ 2 ਮਹੀਨਿਆਂ ਤੋਂ ਉਹ ਇਨਸਾਨ ਜੇਲ੍ਹ ਦੇ ਵਿੱਚ ਬੈਠਾ ਹੋਇਆ, ਲਗਜ਼ਰੀ ਲਾਈਫ ਛੱਡ ਕੇ। ਸੋ ਹੁਣ ਦੋਨੇ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ ਦੇ ਵਿੱਚ ਆ ਜਾਂਦੇ ਆ। ਹਰ ਪੱਖੋਂ ਸਵਾਲ ਤਿਆਰ ਨੇ, ਪਰ ਇਹ ਜਵਾਬ ਦੇਣ ਦੀ ਬਜਾਏ ਨਵੇਂ ਸਵਾਲ ਕ੍ਰੀਏਟ ਕਰ ਦਿੱਤੇ ਜਾਂਦੇ ਹਰ ਵਾਰ। ਕੁਝ ਕਿਸਾਨ ਆਗੂਆਂ ਦੀ ਆਪਾਂ ਕਰੀਏ, ਕਹਿ ਦਿੱਤਾ ਜਾਂਦਾ ਕਿ ਦੀਪ ਸਿੱਧੂ ਸਾਡਾ ਬੱਚਾ, ਬੱਚਿਆਂ ਤੋਂ ਗਲਤੀਆਂ ਹੋ ਜਾਂਦੀਆਂ ਨੇ, ਅਸੀਂ ਆਪਣੇ ਕਲਾਵੇ ਦੇ ਵਿੱਚ ਉਹਨਾਂ ਨੂੰ ਲੈਣ ਲਈ ਤਿਆਰ ਹਾਂ, ਅਸੀਂ ਉਹਨਾਂ ਨੂੰ ਮਾਫੀ ਦੇਣ ਲਈ ਤਿਆਰ ਹਾਂ। ਕੁਝ ਟਾਈਮ ਬਾਅਦ ਕੋਲ ਕਹਿ ਦਿੱਤਾ ਜਾਂਦਾ, ਪੱਤਰਕਾਰਾਂ ਕੋਲ ਕਹਿ ਦਿੱਤਾ ਜਾਂਦਾ ਕਿ ਦੀਪ ਸਿੱਧੂ ਦੀ ਵਾਪਸੀ ਕਦੇ ਨਹੀਂ ਹੋਊਗੀ। ਨੌਜਵਾਨਾਂ ਦੇ ਵਿੱਚ ਗੁੱਸਾ ਇਹ ਹੈ ਕਿ ਇਹ ਦੋਗਲੀ ਨੀਤੀ ਕਿਉਂ? ਉਸੇ ਆਗੂ ਵੱਲੋਂ ਕਦੇ ਕਹਿ ਦੇਣਾ ਕਿ ਦੀਪ ਸਿੱਧੂ ਸਾਡਾ
ਜੇ ਦੀਪ ਸਿੱਧੂ ਸਾਡਾ ਤਾਂ ਦੀਪ ਸਿੱਧੂ ਦੀ ਵਾਪਸੀ ਕਿਉਂ ਨਹੀਂ ਮੋਰਚੇ ਦੇ ਵਿੱਚ? ਦੇਖੋ ਇੱਥੇ 32 ਜਥੇਬੰਦੀਆਂ ਨੇ, 32 ਜਥੇਬੰਦੀਆਂ ਦੇ 32 ਹੀ ਆਗੂ ਹੋਣਗੇ ਅੱਗੇ, ਤੇ ਉਹਨਾਂ ਦੇ ਨਾਲ ਸਪੋਰਟਰ ਵੀ ਬਹੁਤ ਹੋਣਗੇ ਜਿਹੜੇ ਜਥੇਬੰਦੀਆਂ ਦੇ ਆਗੂ ਤਾਂ ਨਹੀਂ ਹੈ ਪਰ ਉਹ ਸੰਯੁਕਤ ਮੋਰਚੇ ਦਾ ਹਿੱਸਾ ਨੇ ਕਿਤੇ ਨਾ ਕਿਤੇ। ਹੁਣ ਜੋਗਿੰਦਰ ਯਾਦਵ ਦੀ ਵੀ ਆਪਾਂ ਗੱਲ ਕਰੀਏ, ਜੋਗਿੰਦਰ ਯਾਦਵ ਹੋ ਗਿਆ, ਹੁਣ ਕੁਲਵੰਤ ਸਿੰਘ ਕਾਂਤੀ ਹੋ ਗਿਆ, ਜਾਂ ਫਿਰ ਸੋਨੀਆ ਮਾਨ ਵੀ ਉੱਭਰ ਕੇ ਸਾਹਮਣੇ ਆ ਰਹੇ ਨੇ, ਜਾਂ ਫਿਰ ਜਿਵੇਂ ਵੀ ਹੈ ਉਹਨਾਂ ਦੀ ਜੀ ਬਿਲਕੁਲ। ਸੋ ਇਹ ਲੋਕ ਕਿਸਾਨ ਆਗੂ ਜਿਹੜੇ ਨੇ ਜਾਂ ਜਥੇਬੰਦੀਆਂ ਦਾ ਹਿੱਸਾ ਤਾਂ ਨਹੀਂ ਪਰ ਸਪੋਰਟ ਕਰ ਰਹੇ ਨੇ, ਉਹਨਾਂ ਦੀ ਸੋਚ ਦੇ ਨਾਲ ਚੱਲ ਰਹੇ ਨੇ। ਸੋ ਜਦੋਂ 32 ਜਥੇਬੰਦੀਆਂ ਤੇ ਤਕਰੀਬਨ 10-15 ਹੋਰ ਮੁੱਖ ਚਿਹਰੇ ਜਿਹੜੇ ਨੇ, ਆਪਾਂ ਕੁੱਲ ਮਿਲਾ ਕੇ ਕਹਿ ਲਈਏ ਵੀ 50 ਚਿਹਰੇ ਹੋ ਗਏ, ਇਹ 50 ਚਿਹਰੇ ਨੇ, ਤੇ ਜਿਹਦੇ ਕੋਲ ਮੀਡੀਆ ਦਾ ਪਤਾ ਹੈ ਮਾਈਕ ਲੈ ਕੇ ਇੰਟਰਵਿਊ ਕਰਨ, ਉਹਦੇ ਵਿਚਾਰ ਲੈਣ ਵਾਸਤੇ ਉਹ ਕੁਛ ਨਾ ਕੁਛ ਸ਼ਬਦ ਜਿਹੜੇ ਹੈ ਆਪਣੀ ਸੋਚ ਮੁਤਾਬਕ ਜੋ ਉਹ ਮਹਿਸੂਸ ਕਰਦਾ ਹੁੰਦਾ ਹੈ ਉਹ ਮੀਡੀਆ ਨੂੰ ਦੱਸ ਦਿੰਦਾ। ਜਦ ਕਿ ਜਿਹੜੀ ਸੰਯੁਕਤ ਮੋਰਚੇ ਦਾ ਜਿਹੜਾ ਆਪਣਾ ਕਹਿ ਲਈਏ ਵੀ ਇੱਕ ਤੌਰ ਦੇ ਉੱਤੇ ਜਿਹੜਾ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਬਿਆਨ ਜਾਰੀ ਕਰਨਾ ਹੁੰਦਾ, ਉਹ ਉਸ ਬੰਦੇ ਦਾ, ਇਕੱਲੇ ਬੰਦੇ ਦਾ ਕਿਤੇ ਨਾ ਕਿਤੇ ਵੱਖ ਹੁੰਦਾ ਉਹਦੇ ਤੋਂ। ਸੋ ਉੱਥੇ ਪੰਗਾ ਪੈ ਜਾਂਦਾ। ਇੱਥੇ ਹੁਣ ਲੋੜ ਕੀ ਹੈਗੀ ਹੈ ਵੀ ਵੱਖ-ਵੱਖ ਤਰੀਕੇ ਦੇ ਨਾਲ ਵੱਖ-ਵੱਖ ਆਪਣੇ ਬਿਆਨ ਦੇਣ ਤੋਂ ਗੁਰੇਜ਼ ਕੀਤਾ ਜਾਵੇ। ਜੇਕਰ ਤੁਸੀਂ ਸੋਚਦੇ ਹੋ ਵੀ ਏਕਤਾ ਬਣਾਉਣੀ ਹੈ ਤਾਂ ਸਾਰੇ ਇੱਕ ਬਿਆਨ ਦੇਣ, ਪ੍ਰੈਸ ਕਾਨਫਰੰਸ ਕੀਤੀ ਜਾਵੇ ਸੰਯੁਕਤ ਮੋਰਚੇ ਵੱਲੋਂ, ਭਾਈ ਆਹ ਅੱਜ ਦਾ ਜਿਹੜਾ ਸਾਡਾ ਬਿਆਨ ਹੈ ਅਸੀਂ ਜਾਰੀ ਕਰਦੇ ਹਾਂ। ਇਹ ਨਹੀਂ ਕਿ ਇੱਕ ਬੰਦੇ ਨੂੰ ਪਰਸਨਲੀ ਲੱਖਾ ਸਿਧਾਣਾ ਚੰਗਾ ਲੱਗਦਾ ਤਾਂ ਉਹ ਉਹਦੇ ਗੁਣ ਗਾ ਰਿਹਾ, ਜੇ ਉਹਨੂੰ ਚੰਗਾ ਨਹੀਂ ਲੱਗਦਾ ਤਾਂ ਉਹ ਉਹਨੂੰ ਭੰਡ ਰਿਹਾ। ਸੋ ਇਸੇ ਤਰੀਕੇ ਨਾਲ ਕੁਲਵੰਤ ਸਿੰਘ ਕਾਂਤੀ ਹੋਰਾਂ ਦਾ ਪਿਛਲੇ ਦਿਨੀ ਇੱਕ ਬਿਆਨ ਸੀਗਾ ਕਿ ਲੱਖੇ ਸਿਧਾਣੇ ਦੀ ਵਾਪਸੀ ਤਾਂ ਹੋ ਗਈ ਹੈ ਪਰ ਉਹ ਵਾਪਸੀ ਹੋਣੀ ਹੈ ਮਾਫੀ ਦੇ ਨਾਲ, ਉਹ ਮਾਫੀ ਮੰਗ ਕੇ ਇੱਥੇ ਆ ਸਕਦਾ। ਪਰ ਉਸ ਤੋਂ ਬਾਅਦ ਦੀਪ ਦੀ ਆਪਾਂ ਗੱਲ ਕਰੀਏ, ਚਲੋ ਲਾਲ ਕਿਲੇ ਤੇ ਵੀਡੀਓਜ਼ ਵੀ ਦੀਪ ਸਿੱਧੂ ਦੀਆਂ ਸਾਹਮਣੇ ਆਈਆਂ, ਉਹਨਾਂ ਨੇ ਲਾਈਵ ਹੋ ਕੇ ਕਿਹਾ ਕਿ ਨਿਸ਼ਾਨ ਸਾਹਿਬ ਚੜਾ ਦਿੱਤਾ ਗਿਆ ਆਪਣੇ ਲਾਲ ਕਿਲੇ ਦੇ ਉੱਪਰ। ਲੱਖੇ ਸਿਧਾਣੇ ਦੀ ਜਦੋਂ ਕਿ ਕੋਈ ਅਜਿਹੀ ਵੀਡੀਓ ਨਹੀਂ ਹੈ ਕਿ ਲੱਖਾ ਜਿਸ ਦੇ ਨਾਲ ਸਾਬਤ ਹੁੰਦਾ ਹੋਵੇ ਕਿ ਲੱਖਾ ਸਿਧਾਣਾ ਆਪਣਾ ਲਾਲ ਕਿਲੇ ਦੇ ਉੱਪਰ ਮੌਜੂਦ ਸੀ ਉਸ ਟਾਈਮ ਜਦੋਂ ਇਹ ਸਾਰਾ ਘਟਨਾਕ੍ਰਮ ਹੁੰਦਾ, ਤਾਂ ਲੱਖੇ ਨੂੰ ਨਿਸ਼ਾਨਾ ਕਿਉਂ? ਮਾਫੀ ਕਿਸ ਗੱਲ ਦੀ ਮੰਗਣੀ ਚਾਹੀਦੀ ਹੈ ਲੱਖੇ ਸਿਧਾਣੇ ਨੂੰ? ਦੇਖੋ ਜੇ ਕਾਨੂੰਨੀ ਤੌਰ ਤੇ ਤੁਸੀਂ ਮੇਰੇ ਕੋਲੋਂ ਪੁੱਛੋ ਤਾਂ ਕਾਨੂੰਨੀ ਤੌਰ ਤੇ ਤਾਂ ਇਹਦਾ ਜਵਾਬ ਇਹ ਵੀ ਬਣ ਜਾਂਦਾ ਵੀ ਦੀਪ ਸਿੱਧੂ ਵੀ ਉਹਦਾ ਹਿੱਸਾ ਨਹੀਂ ਸੀਗਾ। ਅੱਜ ਇਹ ਗੱਲ ਕੋਰਟ ਨੇ ਸਾਬਤ ਕਰ ਦਿੱਤੀ ਹੈ ਜ਼ਮਾਨਤ ਦੇਣ ਤੋਂ ਬਾਅਦ। ਠੀਕ ਹੈ ਜੀ, ਉਹਦੇ ਵਿੱਚ ਵੀ ਜਿਹੜੀ ਕੋਰਟ ਨੇ ਗੱਲ ਕਹੀ ਹੈ ਕਿ ਇਹ ਵੀ ਇੱਕ ਆਮ ਬਾਕੀ ਸ਼ਹਿਰੀਆਂ ਵਾਂਗੂ ਉੱਥੇ ਪਹੁੰਚਿਆ ਸੀ ਦੀਪ ਸਿੱਧੂ। ਸੋ ਜੇਕਰ ਤੁਸੀਂ ਕਾਨੂੰਨੀ ਦਾਇਰੇ ਦੇ ਨਾਲ ਗੱਲ ਕਰੋ ਤਾਂ ਅੱਜ ਕੋਰਟ ਨੇ ਵੀ ਇਹ ਗੱਲ ਮੰਨ ਲਈ ਹੈ, ਜਿਹੜੇ ਉੱਥੇ ਐਵੀਡੈਂਸ ਜਿਹੜੇ ਪੇਸ਼ ਕੀਤੇ ਗਏ ਸੀ ਜਿਹਦੇ ਆਧਾਰ ਤੇ ਜ਼ਮਾਨਤ ਮਿਲੀ ਹੈ। ਸੋ ਐਵੀਡੈਂਸ ਇਹ ਕਹਿੰਦੇ ਨੇ ਵੀ ਬਾਕੀ ਸ਼ਹਿਰੀਆਂ ਵਾਂਗੂ ਦੀਪ ਸਿੱਧੂ ਵੀ ਉੱਥੇ ਚਲਾ ਗਿਆ ਸੀ, ਤੇ ਜਿਹੜੇ ਜਕਾਰੇ ਲਾਏ ਗਏ ਸੀਗੇ ਉਹ ਇੱਕ ਚੜ੍ਹਦੀ ਕਲਾ ਦੇ ਪ੍ਰਤੀਕ ਹੁੰਦੇ ਨੇ, ਨਾ ਕਿ ਗੱਦਾਰੀ ਦੇ, ਨਾ ਕਿ ਦੇਸ਼ ਧਰੋਹ। ਇਹਨਾਂ ਜਕਾਰਿਆਂ ਦੇ ਨਾਲ ਹੀ 1947 ਚ ਵੀ ਆਜ਼ਾਦੀ ਲਈ ਗਈ ਹੈ। ਉਸ ਤੋਂ ਪਹਿਲਾਂ ਸਾਡੇ ਬਜ਼ੁਰਗਾਂ ਨੇ ਵੀ ਇਹਨਾਂ ਜਕਾਰਿਆਂ ਦੇ ਨਾਲ ਬਹੁ ਬੇਟੀਆਂ ਵੀ ਬਚਾਈਆਂ। ਸੋ ਉਸ ਵੇਲੇ ਇਹ ਜਿਹੜੇ ਨਾਰੇ ਸੀ ਜਾਂ ਜਕਾਰੇ ਸੀ ਉਦੋਂ ਦੇਸ਼ ਧਰੋਹੀ ਨਹੀਂ ਸੀ ਲੱਗਦੇ, ਸ਼ਾਇਦ ਅੱਜ ਕਈਆਂ ਨੂੰ ਲੱਗਣ ਲੱਗ ਪਏ ਆ। ਇਹ ਗੱਲ ਵੱਖਰੀ ਹੈ। ਚਲੋ ਇਹ ਸਾਰਾ ਕੁਝ ਇਸ ਵੇਲੇ ਦੇਸ਼ ਦੇ ਵਿੱਚ ਚੱਲ ਰਿਹਾ ਬੜੇ ਵੱਡੇ ਪੱਧਰ ਦੇ ਉੱਤੇ, ਚਰਚਾ ਵੀ ਇਹਦੇ ਤੇ ਹੋ ਸਕਦੀ ਹੈ ਕਿ ਅੱਜ ਉਹ ਜਕਾਰੇ ਜਿਹੜੇ ਤੁਹਾਨੂੰ ਦੇਸ਼ ਧਰੋਹੀ ਕਿਉਂ ਲੱਗਣ ਲੱਗ ਪਏ ਜਿਨ੍ਹਾਂ ਜਕਾਰਿਆਂ ਦੇ ਨਾਲ ਤੁਹਾਡੀ ਰੱਖਿਆ ਕੀਤੀ ਗਈ ਸੀ। ਖੈਰ, ਸੋ ਜੇ ਕਾਨੂੰਨੀ ਪੱਖ ਤੋਂ ਦੇਖੀਏ ਤਾਂ ਦੋਨੇ ਨੌਜਵਾਨ ਜਿਹੜੇ ਹੈ ਉਹਦੇ ਵਿੱਚ ਉਹਨਾਂ ਦਾ ਕੋਈ ਵੀ ਦੋਸ਼ ਨਹੀਂ ਹੈ। ਇਹ ਦੋਸ਼ ਬਣਾਇਆ ਗਿਆ ਸੀ 27 ਤਰੀਕ ਨੂੰ ਸਟੇਜ ਦੇ ਉੱਪਰ ਆ ਕੇ ਮੁਰਦਾਬਾਦ ਦੇ ਨਾਰੇ ਲਵਾ ਕੇ। ਇਹ ਗੱਲ ਸੁਰਜੀਤ ਸਿੰਘ ਫੂਲ ਹੋਰੀ ਵੀ ਐਕਸੈਪਟ ਕਰ ਚੁੱਕੇ ਨੇ, ਉਹ ਗੱਲ ਮੰਨ ਚੁੱਕੇ ਨੇ ਕਿ ਪਹਿਲਾਂ ਤਾਂ ਸਰਕਾਰ ਨੇ ਜਾਂ ਫਿਰ ਦਿੱਲੀ ਪੁਲਿਸ ਨੇ ਕੋਈ ਕੇਸ ਜਿਹੜਾ ਦਰਜ ਨਹੀਂ ਕੀਤਾ, ਜਦੋਂ ਸਾਡੀਆਂ ਸਟੇਜਾਂ ਤੋਂ ਰੌਲਾ ਪਿਆ ਤਾਂ ਫਿਰ ਇਹ ਗੱਲ ਹੋਈ। ਇਹ ਗੱਲ ਸੁਰਜੀਤ ਸਿੰਘ ਫੂਲ ਹੋਰੀ ਮੰਨ ਚੁੱਕੇ ਨੇ। ਹੁਣ ਇੱਥੇ ਸਾਨੂੰ ਕਸੂਰ ਜਾਂ ਫਿਰ ਇੱਕ ਤੁਲਨਾ ਜਦੋਂ ਕਰਨੀ ਹੋਵੇ ਜਾਂ ਕਨਕਲੂਜਨ ਕੱਢਣਾ ਹੋਵੇ ਤਾਂ ਬਸ ਇਹਦੇ ਤੌਰ ਤੇ ਕੱਢ ਲਈਏ ਵੀ ਅਸੀਂ ਆਪਣੀ ਜੋ ਵੀ ਸਾਡਾ ਹਸ਼ਰ ਹੋਇਆ ਇਹਦੇ ਆਪ ਜ਼ਿੰਮੇਵਾਰ ਸੀ। ਉਹਦੇ ਵਿੱਚ ਕਿਸਾਨ ਆਗੂ ਵੱਖਰੇ ਨਹੀਂ ਹੈ, ਇਹ ਨੌਜਵਾਨ ਆਗੂ ਵੱਖਰੇ ਨਹੀਂ, ਸਾਡਾ ਸਾਰਾ ਪਰਿਵਾਰ ਹੈ। ਪਰ ਸਾਡੇ ਪਰਿਵਾਰ ਦਾ ਇੱਕ ਹਿੱਸਾ ਜਿਹੜਾ ਹੈ ਉਹਦੀਆਂ ਗਲਤੀਆਂ ਕਰਕੇ ਅੱਜ ਅਸੀਂ ਆ ਸਾਰਾ ਕੁਝ ਭੋਗ ਰਹੇ ਹਾਂ, ਜਿਹਨੂੰ ਦੁਬਾਰਾ ਦਰੁਸਤ ਕਰਨਾ ਚਾਹੀਦਾ, ਲੋੜ ਵੀ ਹੈ ਸਮੇਂ ਦੀ। ਦੀਪ ਸਿੱਧੂ ਇੱਕ ਪੜ੍ਹੇ ਲਿਖੇ ਇਨਸਾਨ ਨੇ, ਇੱਕ ਬਹੁਤ ਵਧੀਆ ਵਕੀਲ ਵੀ ਹੋ ਰਹੇ ਨੇ, ਚੰਗੇ ਫਰਮ ਦੇ ਨਾਲ ਉਹਨਾਂ ਨੇ ਆਪਣੀ ਵਕਾਲਤ ਦੀ ਜਿਹੜੀ ਪ੍ਰੈਕਟਿਸ ਕੀਤੀ ਆ। ਤੁਹਾਨੂੰ ਲੱਗਦਾ ਕਿ ਦੀਪ ਸਿੱਧੂ ਨੂੰ ਜੇਕਰ 26 ਦੀ ਘਟਨਾ ਤੋਂ ਪਹਿਲਾਂ ਜਾਂ 26 ਦੀ ਘਟਨਾ ਤੋਂ ਬਾਅਦ ਇਹ ਕਹਿ ਦਿੱਤਾ ਜਾਂਦਾ ਕਿ ਦੀਪ ਸਿੱਧੂ ਦੇ ਅਸੀਂ ਨਾਲ ਖੜਿਆ ਕਿਸਾਨ ਆਗੂਆਂ ਵੱਲੋਂ, ਉਹਨਾਂ ਦੀ ਵਕਾਲਤ ਦਾ ਫਾਇਦਾ ਕਿਸਾਨ ਮੋਰਚੇ ਨੂੰ ਹੋ ਸਕਦਾ ਸੀ? ਜਿਵੇਂ ਵਿੱਚ ਜੇ ਨੂੰ ਖਬਰਾਂ ਆਈਆਂ ਸੀ ਕਿ ਕਿਸਾਨ ਮੋਰਚਾ ਜਿਹੜਾ ਉਹ ਠੰਡੇ ਬਸਤੇ ਦੇ ਵਿੱਚ ਜਾ ਰਿਹਾ, ਉਹ ਲੋਕਾਂ ਦੇ ਵਿੱਚੋਂ ਜੋਸ਼ ਨਹੀਂ ਪਹਿਲਾਂ ਦੀ ਤਰ੍ਹਾਂ ਦੇਖਣ ਨੂੰ ਮਿਲ ਰਿਹਾ, ਤੇ ਕੁਝ ਹਮਲੇ ਵੀ ਹੋਏ ਕਿਸਾਨਾਂ ਦੇ ਉੱਪਰ। ਪਿੱਛੇ ਜੇ ਰਕੇਸ਼ ਟਕੈਤ ਜੀ ਦੇ ਉੱਪਰ ਵੀ ਇੱਕ ਜਗ੍ਹਾ ਹਮਲਾ ਹੋ ਜਾਂਦਾ। ਤੁਹਾਨੂੰ ਲੱਗਦਾ ਕਿ ਦੀਪ ਸਿੱਧੂ ਦੀਆਂ ਵਕਾਲਤ ਦੀਆਂ ਸੇਵਾਵਾਂ ਜਿਹੜੀਆਂ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਲੈ ਲੈਣੀਆਂ ਚਾਹੀਦੀਆਂ ਸੀ, ਚਾਹੇ ਉਹਨਾਂ ਨੂੰ ਜਿਹੜੀ ਪਰਮਿਸ਼ਨ ਨਾ ਹੀ ਦਿੰਦੇ ਉਹ ਸੰਯੁਕਤ ਮੋਰਚੇ ਦੀ ਸਟੇਜ ਤੋਂ ਬੋਲਣ ਦੀ? ਦੇਖੋ, ਜੇ ਪੜ੍ਹਾਈ ਦੀ ਗੱਲ ਕਰਨੀ ਹੋਵੇ ਨਾ, ਹੁਣ ਆਪਾਂ ਮੁਕੰਮਲ ਤੌਰ ਦੇ ਉੱਤੇ ਜੇਕਰ ਗੱਲ ਕਰੀਏ
ਤਾਂ ਜੇ ਮੈਂ ਗਲਤ ਨਾ ਹੋਵਾਂ ਤਾਂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਇਸ ਮੋਰਚੇ ਦਾ ਸਭ ਤੋਂ ਜ਼ਿਆਦਾ ਪੜ੍ਹਿਆ ਲਿਖਿਆ ਆਗੂਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਪੜ੍ਹਿਆ ਲਿਖਿਆ ਜਿਹੜਾ ਹੈ ਉਹ ਆਗੂ ਆ ਰਜਿੰਦਰ ਸਿੰਘ ਦੀਪ ਸਿੰਘ ਵਾਲਾ। ਉਸ ਤੋਂ ਬਾਅਦ ਜਦੋਂ ਰਾਜੇਵਾਲ ਸਾਹਿਬ ਦੀ ਗੱਲ ਕਰਦੇ ਆ ਤਾਂ ਉਹ ਵੀ ਬਹੁਤ ਜਿਹੜਾ ਕਹਿ ਲਈਏ ਪੜ੍ਹੇ ਲਿਖੇ ਇੱਕ ਸਿਆਣੇ ਜਿਹੜੇ ਆਗੂ ਹੈਗੇ ਆ। ਬਿਲਕੁਲ ਜੀ, ਬਿਲਕੁਲ ਲੰਬੇ ਸਮੇਂ ਤੋਂ ਉਹ ਸੰਘਰਸ਼ਾਂ ਦੇ ਵਿੱਚ ਆਪਣਾ ਹਿੱਸਾ ਵੀ ਪਾਉਂਦੇ ਆਏ ਆ। ਸੋ ਉਸ ਤੋਂ ਬਾਅਦ ਜਦੋਂ ਹੁਣ ਦੀਪ ਸਿੱਧੂ ਦੀ ਗੱਲ ਕਰਦੇ ਆ ਤਾਂ ਉਹ ਵੀ ਇੰਗਲੈਂਡ ਦੇ ਵਿੱਚੋਂ ਵਕਾਲਤ ਕਰਕੇ ਤੇ ਜਾਂ ਫਿਰ ਹੋਰ ਜਿਹੜੀਆਂ ਪੜ੍ਹਾਈਆਂ ਕਰਕੇ ਤੇ ਮੁੜ ਕੇ ਬੰਬੇ ਦੇ ਵਿੱਚ ਉਹਨਾਂ ਨੇ ਆਪਣਾ ਸਮਾਂ ਗੁਜ਼ਾਰਿਆ ਵਕਾਲਤ ਦੇ ਵਿੱਚ। ਤੇ ਫਿਰ ਉਹ ਆਪਾਂ ਕਹਿ ਲਈਏ ਵੀ ਉਹਨਾਂ ਨੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਅੰਤਰਰਾਜੀ ਪੱਧਰ ਦਾ ਇਤਿਹਾਸ ਪ੍ਰੈਜ਼ੈਂਟ ਜਿਹੜਾ ਸਿਨੈਰੀਓ ਹੈਗਾ ਉਹ ਸਾਰਾ ਉਹ ਜਾਣਦੇ ਨੇ, ਜਿਓਗ੍ਰਾਫਿਕਲੀ ਕੀ ਹੋ ਰਿਹਾ ਉਹ ਸਾਰਾ ਕੁਝ ਜਾਣਦੇ ਨੇ। ਸੋ ਜੇਕਰ ਇਹ ਆਪਾਂ ਕਹਿ ਲਈਏ ਵੀ ਇਹਨਾਂ ਦਾ ਕੰਬਾਈਨ ਹੋ ਜਾਂਦਾ ਜੋ ਉਹ ਆਪ ਚਾਹੁੰਦੇ ਸੀ ਕਿ ਅਸੀਂ ਇਹ ਸਾਰੇ ਜਿਹੜੀ ਤਾਕਤ ਹੈ ਉਹਨਾਂ ਨੂੰ ਮਿਲਾ ਕੇ ਤੇ ਫਿਰ ਅੱਗੇ ਵਧੀਏ ਤਾਂ ਕਿੰਨਾ ਵਧੀਆ ਹੁੰਦਾ ਸੰਸਾਰ। ਜੇਕਰ ਤੁਸੀਂ ਆਪ ਸੋਚ ਕੇ ਵੇਖੋ, ਇੱਕ ਪਾਸੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਬੈਠਾ, ਦੂਸਰੇ ਪਾਸੇ ਰਾਜੇਵਾਲ ਸਾਹਿਬ ਬੈਠੇ ਨੇ, ਤੀਸਰਾ ਦੀਪ ਸਿੱਧੂ ਹੈ, ਮੁੜ ਕੇ ਲੱਖਾ ਸਿਧਾਣਾ ਇੱਕ ਜੁਰਤ ਨਾਲ ਗੱਲ ਕਰਨ ਵਾਲਾ। ਸੋ ਸਾਰਿਆਂ ਦੀ ਪਾਵਰ ਜੇਕਰ ਮਿਲ ਕੇ ਚੱਲਦੀ ਤਾਂ ਆਪਾਂ ਇਹ ਮੋਰਚਾ ਹੁਣ ਨੂੰ ਜਿੱਤ ਚੁੱਕੇ ਹੋਣਾ ਸੀ। ਪ੍ਰੋਬਲਮ ਕਿੱਥੇ ਆਈ ਹੈ, ਜਦੋਂ ਸਾਡਾ ਤਾਂ ਇੰਟੈਲੈਕਚੁਅਲ ਲੈਵਲ ਸਾਨੂੰ ਠੀਕ ਹੈ ਵੀ ਅਸੀਂ ਪੜ੍ਹੇ ਲਿਖੇ ਹਾਂ, ਪਰ ਜਦੋਂ ਸਾਨੂੰ ਲੱਗਿਆ ਕਿ ਕੋਈ ਦੂਸਰਾ ਸਾਡੇ ਤੋਂ ਉੱਪਰ ਜਾ ਰਿਹਾ ਤਾਂ ਉਹਦੀ ਆਪਾਂ ਕਹਿ ਲਈਏ ਕਿ ਉਹਦੀ ਲੱਤ ਖਿੱਚ ਦਿੱਤੀ, ਜਾਣੀ ਕਿ ਉਹਨੂੰ ਗੱਦਾਰ ਦਾ ਟੈਗ ਲਾ ਕੇ ਉਹਨੂੰ ਪਿੱਛੇ ਕਰ ਦਿੱਤਾ। ਉਹਦੇ ਨਾਲ ਸਿਰਫ ਫਰਕ ਉਸ ਬੰਦੇ ਨਹੀਂ ਪਿਆ, ਤੁਹਾਨੂੰ ਵੀ ਪੈ ਗਿਆ, ਮਤਲਬ ਤੁਹਾਡੀ ਵੀ ਉਹ ਰੈਪੂਟੇਸ਼ਨ ਪਹਿਲਾਂ ਵਾਲੀ ਨਹੀਂ ਰਹੀ। ਸੋ ਇਹ ਸਾਰਾ ਕੁਝ ਜਿੱਥੇ ਤੁਸੀਂ ਦੀਪ ਸਿੱਧੂ ਦੀ ਪੜ੍ਹਾਈ ਦੀ ਜੀ ਜਾਰੀ ਰੱਖ ਸਕਦੇ ਹੋ, ਦੀਪ ਸਿੱਧੂ ਦੀ ਜਿੱਥੇ ਤੁਸੀਂ ਪੜ੍ਹਾਈ ਦੀ ਗੱਲ ਕਰ ਰਹੇ ਹੋ ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਬਾਕੀ ਲੀਡਰ ਜਿੱਥੇ ਆਪਣੀ ਮਹਾਰਤ ਰੱਖਦੇ ਨੇ ਉੱਥੇ ਦੀਪ ਸਿੱਧੂ ਬਹੁਤ ਹੀ ਪੜ੍ਹਿਆ ਲਿਖਿਆ ਨੌਜਵਾਨ ਹੈ ਜਿਹਦੇ ਕੋਲ ਪੰਜਾਬ ਅਸਲ ਦੇ ਵਿੱਚ ਸੰਸਾਰ ਜੋ ਮੈਂ ਸੋਚਦਾ ਹੈ ਨਾ ਕਿ ਇਹ ਦੁਨਿਆਵੀ ਪੜ੍ਹਾਈਆਂ ਜਿਹੜੀਆਂ ਨੇ ਠੀਕ ਹੈ ਕਿਸੇ ਹੱਦ ਤੱਕ ਸਾਨੂੰ ਚਾਹੀਦੀਆਂ ਹੁੰਦੀਆਂ, ਪਰ ਤੁਸੀਂ ਕੀ ਕਹਿੰਦੇ ਹੁੰਦੇ ਆਪਣੀ ਅੰਤਰ ਕੌਮ ਦੇ ਨਾਲ ਆਪਣੀ ਧਰਤੀ ਦੇ ਨਾਲ ਕਿੰਨੇ ਕੁ ਜੁੜੇ ਹੋਏ ਹੋ, ਉਹਦਾ ਇਤਿਹਾਸ ਜਾਣਦੇ ਹੋ, ਉਹਦਾ ਪ੍ਰੈਜ਼ੈਂਟ ਸਿਨਾਰੀਓ ਜਾਣਦੇ ਹੋ, ਕਿਵੇਂ ਤੁਹਾਨੂੰ ਕਿੰਨੀਆਂ ਸ਼ਹਾਦਤਾਂ ਤੋਂ ਬਾਅਦ ਇਹ ਧਰਤ ਜਿਹੜੀ ਹੈ ਉਹ ਮਿਲੀ ਹੈ, ਕਿਵੇਂ ਇਹਦਾ ਨੁਕਸਾਨ ਹੋ ਰਿਹਾ। ਜੇਕਰ ਤੁਸੀਂ ਇਹ ਪੜ੍ਹਾਈ ਪੜ੍ਹੀ ਹੋਈ ਹੈ ਤਾਂ ਉਹ ਦੁਨਿਆਵੀ ਪੜ੍ਹਾਈ ਉਹਦੇ ਸਾਹਮਣੇ ਛੋਟੀ ਪੈ ਜਾਂਦੀ ਹੈ। ਜਿਹਦਾ ਕਿ ਆਪਾਂ ਕਹਿ ਲਈਏ ਵੀ ਬੜੀ ਇਸ ਤਰ੍ਹਾਂ ਦੀ ਪੜ੍ਹਾਈ ਜਿਹੜੀ ਹੈ ਉਹ ਦੀਪ ਸਿੱਧੂ ਵਰਗੇ ਪੜ੍ਹੀ ਹੋਈ ਹੈ। ਸੋ ਇਸ ਕਰਕੇ ਨੌਜਵਾਨ ਜਿਹੜੇ ਨੇ ਇਹ ਅੱਖਾਂ ਦੇ ਵਿੱਚ ਚੁੱਭਦੇ ਆ, ਜਿੱਥੇ ਕੁਝ ਕਿਸਾਨ ਆਗੂ ਨੇ ਉੱਥੇ ਹੀ ਸਰਕਾਰਾਂ ਦੇ ਅੱਖਾਂ ਦੇ ਵਿੱਚ ਇੱਕ ਜਿਹੜਾ ਹੈ ਆਪਾਂ ਕਹਿ ਲਈਏ ਵੀ ਹੁਣ ਜ਼ਮਾਨਤ ਤੋਂ ਬਾਅਦ ਉਹਨੂੰ ਫਿਰ ਫੜ ਲਿਆ ਗਿਆ। ਦੀ ਗੱਲ ਕਰੀਏ, ਨੌਜਵਾਨਾਂ ਦਾ ਕਹਿਣਾ ਹੈ ਕਿ ਸੰਯੁਕਤ ਮੋਰਚੇ ਦੇ ਬਹੁਤ ਵੱਡੇ ਕਿਸਾਨ ਆਗੂ ਨੇ, ਬਹੁਤ ਸਮਝਦਾਰ ਇਨਸਾਨ, ਉਹਨਾਂ ਨੂੰ ਮੰਨਿਆ ਗਿਆ, ਬਹੁਤ ਸੰਘਰਸ਼ ਉਹਨਾਂ ਦਾ ਪੁਰਾਣਾ ਹੈਗਾ। ਉਹਨਾਂ ਵੱਲੋਂ ਕਹਿੰਦੇ ਕੈਮਰਾ ਕਿਹਾ ਕਿ ਜਿੰਨੀ ਦੇਰ ਦੀਪ ਸਿੱਧੂ ਦੀ ਜ਼ਮਾਨਤ ਨਹੀਂ ਹੋਊਗੀ, ਜੋ ਅੱਜ ਦੀਪ ਸਿੱਧੂ ਦੇ ਨਾਲ ਆਪਣੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ, ਫਿਰ ਕਿਸੇ ਹੋਰ ਕੇਸ ਦੇ ਵਿੱਚ ਅਰੈਸਟ ਕਰ ਲਿਆ ਗਿਆ, ਉਹਦੇ ਪਿੱਛੇ ਵੀ ਨੌਜਵਾਨਾਂ ਵੱਲੋਂ ਉਸੇ ਕਿਸਾਨ ਆਗੂ ਦੀ ਜਿਹੜੀ ਸਾਜ਼ਿਸ਼ ਦੱਸਿਆ ਗਿਆ। ਕਿੰਨੀ ਸੱਚਾਈ ਹੋ ਸਕਦੀ ਹੈ, ਕੀ ਤੁਸੀਂ ਸਮਝਦੇ ਹੋ ਇਸ ਦੇ ਵਿੱਚ? ਜਿਹੜੀਆਂ ਤੇ ਆਫ ਕੈਮਰਾ ਗੱਲਾਂ ਕੀਤੀਆਂ ਜਾ ਰਹੀਆਂ ਤੇ ਇਹਦਾ ਆਪਾਂ ਕੋਈ ਵੀ ਵੱਡੀ ਇਹਦੇ ਉੱਤੇ ਕੋਈ ਵੀ ਟਿੱਪਣੀ ਨਹੀਂ ਕਰਨਾ ਚਾਹੁੰਦੇ ਤੇ ਆਫ ਕੋਈ ਵੀ ਜੇਕਰ ਗੱਲ ਇਸ ਤਰ੍ਹਾਂ ਦੀ ਹੋਈ ਹੈ, ਅਸੀਂ ਉਸ ਵੇਲੇ ਗੱਲ ਕਰਦੇ ਹਾਂ ਜਦੋਂ ਉਹਦੀ ਪੁਸ਼ਟੀ ਹੋ ਜਾਵੇ, ਜਦੋਂ ਸਾਹਮਣੇ ਆ ਜਾਵੇ ਕਿ ਵਾਕਿਆ ਦਾ ਜਿਹੜਾ ਹੈ ਕਿਸਾਨ ਆਗੂ ਹੈ ਜਾਂ ਫਿਰ ਕੋਈ ਆਮ ਬੰਦਾ ਉਹਨੇ ਆ ਬਿਆਨ ਲਾ ਰਿਹਾ ਮੋਰਚੇ। ਸੋ ਜੇ ਇਹ ਗੱਲ ਕਿਤੇ ਨਾ ਕਿਤੇ ਆਫ ਕੈਮਰਾ ਹੋਈ ਹੈ ਤੇ ਜੇ ਕਿਸੇ ਨੇ ਸੁਣੀ ਵੀ ਹੋਏਗੀ ਤਾਂ ਇਹ ਬਹੁਤ ਹੀ ਆਪਣਾ ਗੱਲ ਹੈ। ਜੇ ਕੋਈ ਵੀ ਆਪਣੇ ਆਗੂ ਤੋਂ ਪਹੁੰਚ ਗਏ ਤੇ ਅਜੇ ਵੀ ਤੁਸੀਂ ਉਹ ਚੀਜ਼ਾਂ ਤੋਂ ਬਾਜ਼ ਨਹੀਂ ਆ ਰਹੇ। ਪਰ ਦੂਸਰੀ ਗੱਲ ਇਹ ਹੈ ਕਿ ਜੇਕਰ ਆਪਾਂ ਇਹ ਮੰਨ ਕੇ ਚੱਲੀਏ ਕਿ ਆਫ ਕੈਮਰਾ ਸੀ ਨਾ ਕਿ ਔਨ ਕੈਮਰਾ ਯਾਨੀ ਕਿ ਔਨ ਰਿਕਾਰਡ ਇਹ ਗੱਲਾਂ ਨਹੀਂ ਹੈਗੀਆਂ, ਤਾਂ ਫਿਰ ਇਸ ਨੂੰ ਕਿਤੇ ਨਾ ਕਿਤੇ ਇਗਨੋਰ ਵੀ ਕਰ ਦੇਣਾ ਚਾਹੀਦਾ ਤਾਂ ਕਿ ਮੋਰਚੇ ਦੀ ਚੜ੍ਹਦੀ ਕਲਾ ਜਿਹੜੀ ਹੋ ਸਕੇ। ਜਦੋਂ ਦੀਪ ਸਿੱਧੂ ਆਮ ਲੋਕਾਂ ਵੱਲੋਂ, ਜੋ ਉੱਥੇ ਆਮ ਕਿਸਾਨ ਬੈਠੇ ਨੇ, ਲੱਡੂ ਵੰਡੇ ਜਾਂਦੇ ਨੇ, ਲੱਡੂਆਂ ਦੀ ਤਿਆਰੀ ਕਰ ਲਈ ਜਾਂਦੀ ਆ, ਪਰ ਇੱਕਦਮ ਨਿਰਾਸ਼ਾ ਦੇ ਆਲਮ ਦੇ ਵਿੱਚ ਉਹ ਚਲੇ ਜਾਂਦੇ ਨੇ ਜਦੋਂ ਫੇਰ ਤੋਂ ਗ੍ਰਿਫਤਾਰੀ ਹੋ ਜਾਂਦੀ ਆ। ਇਸ ਤੋਂ ਤਾਂ ਬਲਜੀਤ ਜੀ ਫਿਰ ਇਹ ਸਾਬਤ ਹੁੰਦਾ ਕਿ ਜੋ ਉੱਥੇ ਕਿਸਾਨ ਸੰਘਰਸ਼ ਕਰ ਰਹੇ ਨੇ, ਸਾਡੇ ਵੀਰ ਸਾਡੀਆਂ ਭੈਣਾਂ ਸਾਰੇ ਸੰਘਰਸ਼ ਕਰ ਰਹੇ ਨੇ, ਉਹ ਤਾਂ ਇਹੀ ਚਾਹੁੰਦੇ ਨੇ ਕਿ ਦੀਪ ਸਿੱਧੂ ਨੂੰ ਬਾਹਰ ਆਉਣਾ ਚਾਹੀਦਾ, ਦੀਪ ਸਿੱਧੂ ਮੋਰਚੇ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ। ਫਿਰ ਕਿਸਾਨ ਆਗੂ ਕਿਉਂ ਬਾਰ-ਬਾਰ ਕਹਿ ਦਿੰਦੇ ਨੇ ਕਿ ਦੀਪ ਸਿੱਧੂ ਦੀ ਵਾਪਸੀ ਨਹੀਂ ਹੋਵੇਗੀ, ਜਦ ਕਿ ਲੋਕਾਂ ਦੀ ਆਵਾਜ਼ ਉੱਥੇ ਲੱਡੂਆਂ ਤੋਂ ਸਾਬਤ ਹੁੰਦਾ ਕਿ ਲੋਕ ਚਾਹੁੰਦੇ ਨੇ ਕਿ ਦੀਪ ਸਿੱਧੂ ਵਾਪਸ ਆਉਣ। ਬਿਲਕੁਲ ਜੀ, ਬਿਲਕੁਲ। ਇੱਥੇ ਉਹੀ ਗੱਲ ਆ ਜਾਂਦੀ ਪਰਸਨੈਲਿਟੀ ਕਰੈਸ਼ ਦੀ
ਕਿ ਅਸੀਂ ਨਹੀਂ ਚਾਹੁੰਦੇ। ਮਤਲਬ ਸਾਰਿਆਂ ਦੀ ਗੱਲ ਨਹੀਂ ਕਰਦਾ, ਬਹੁਤ ਸਾਰੇ ਨੇ ਜਿਹੜੇ ਬਲਦੇਵ ਸਿੰਘ ਸਿਰਸਾ ਹੋ ਗਏ ਜਾਂ ਫਿਰ ਫੂਲ ਹੋਰੀ ਹੋ ਗਏ, ਉਸ ਤੋਂ ਬਾਅਦ ਮਨਜੀਤ ਰਾਏ ਜਾਂ ਫਿਰ ਇਸ ਤਰ੍ਹਾਂ ਦੇ ਹੋਰ ਵੀ ਬੜੇ ਵਧੀਆ ਜਿਹੜੇ ਕਹਿ ਲਈਏ ਵੀ ਕਿਸਾਨ ਆਗੂ ਵੀ ਹੈਗੇ ਨੇ। ਪਰ ਇੱਥੇ ਬਣਦਾ ਤਾਂ ਇਹ ਆ, ਹੁਣ ਸੰਸਾਰ ਜਦੋਂ ਗੱਲ ਹੋਵੇ ਨਾ ਆਪਣੇ ਸਮੁੱਚੀ ਕੌਮ ਦੀ ਧਰਤ ਦੀ ਗੱਲ ਹੋਵੇ ਤਾਂ ਉਹਦੇ ਵਿੱਚੋਂ ਜੇਕਰ ਸਾਨੂੰ 2-4 ਬੰਦੇ ਕਿਤੇ ਬਾਹਰ ਵੀ ਕਰਨੇ ਪੈਣ, ਮਾਫ ਕਰਨਾ ਇਹ ਗੱਲ ਕਿਉਂ ਕਹਿ ਰਹੇ ਹਾਂ, ਕਿਉਂਕਿ ਸਾਰਾ ਸਿਨੈਰੀਓ ਆਪਾਂ ਦੇਖ ਰਹੇ ਹਾਂ, ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਅਸੀਂ ਬੜੀ ਕੋਸ਼ਿਸ਼ ਕੀਤੀ ਹੈ ਕਿ ਸਾਰੇ ਇਕੱਠੇ ਹੋ ਕੇ ਚੱਲਣ, ਪਰ ਨਹੀਂ, ਇਸ ਤਰ੍ਹਾਂ ਨਹੀਂ ਹੋ ਰਿਹਾ। ਬੇਤੁਕੇ ਬਿਆਨਾਂ ਨੇ ਜਿਹੜਾ ਹੈ ਮੋਰਚੇ ਨੂੰ ਢਾਹ ਲਾਉਣੀ ਨਿੱਤ ਦਿਨ ਜਿਹੜੀ ਆ ਜਾਰੀ ਰੱਖੀ ਹੋਈ ਆ, ਜਿਹਦੇ ਨਾਲ ਮੋਰਚੇ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਉਹਨੂੰ ਆਪਾਂ ਕਹਿ ਲਈਏ ਵੀ ਢਾਹ ਲੱਗ ਰਹੀ ਹੈ। ਸੋ ਇਸ ਕਰਕੇ ਚਾਹੀਦਾ ਤਾਂ ਇਹ ਆ ਵੀ ਭਾਈ ਜਿਹੜੇ ਵੀ ਕਿਸਾਨ ਆਗੂ ਤੁਹਾਨੂੰ ਲੱਗਦਾ, ਸਾਰਿਆਂ ਨੂੰ ਮਿਲ ਕੇ ਫੈਸਲਾ ਕਰਨਾ ਚਾਹੀਦਾ ਵੀ ਜਿਹੜੇ ਢਾਹ ਲਾ ਰਹੇ ਨੇ ਉਹਨਾਂ ਨੂੰ ਬਾਹਰ ਕਰ ਦਿਓ, ਉਹਨਾਂ ਨੂੰ ਬਾਇਜ਼ਤ ਬਾਹਰ ਕਰ ਦਿੱਤਾ ਜਾਵੇ, ਨਾ ਕਿ ਉਹਨਾਂ ਨੂੰ ਕੋਈ ਉਹਨਾਂ ਦੀ ਕੋਈ ਨਰਾਦਰੀ ਕੀਤੀ ਜਾਵੇ, ਨਾ ਜਾਂ ਕਿ ਉਹਨਾਂ ਨੂੰ ਕੋਈ ਗਲਤ ਕੋਈ ਭੱਦੀ ਸ਼ਬਦਾਵਲੀ ਬੋਲੀ ਜਾਵੇ। ਉਹਨਾਂ ਨੂੰ ਕਹਿ ਦਿੱਤਾ ਜਾਵੇ ਵੀ ਭਾਈ ਜਦੋਂ ਤੱਕ ਇਹ ਮੋਰਚਾ ਜਿਹੜਾ ਹੈ ਚੱਲ ਰਿਹਾ, ਜਦੋਂ ਤੱਕ ਅਸੀਂ ਜਿੱਤ ਨਹੀਂ ਜਾਂਦੇ ਤਾਂ ਉਸ ਦਿਨ ਤੱਕ ਤੁਸੀਂ ਜਾ ਕੇ ਆਪਣੇ ਘਰਾਂ ਦੇ ਵਿੱਚ ਆਰਾਮ ਕਰੋ, ਜਿਸ ਦਿਨ ਤੁਹਾਡੀ ਲੋੜ ਹੋਏਗੀ ਅਸੀਂ ਤੁਹਾਨੂੰ ਵਾਪਸ ਬੁਲਾ ਲਵਾਂਗੇ। ਪਰ ਫਿਲਹਾਲ ਦੇ ਸਮੇਂ ਦੇ ਵਿੱਚ ਸਾਡੀ ਜਿਹੜੀ ਟੀਮ ਹੈ ਬੜੇ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਤੇ ਤੁਹਾਡੀ ਲੋੜ ਸਾਨੂੰ ਨਹੀਂ ਹੈਗੀ। ਜੇਕਰ ਉਹ ਇਹ ਗੱਲ ਤੋਂ ਮੁਨਕਰ ਹੋ ਕੇ ਦੁਬਾਰਾ ਮੋਰਚੇ ਦੇ ਵਿੱਚ ਆਉਣਾ ਚਾਹੁੰਦੇ ਆ ਤਾਂ ਉਹਨਾਂ ਅੱਗੇ ਸ਼ਰਤਾਂ ਹੋਣ, ਵੀ ਭਾਈ ਜੇ ਤੁਸੀਂ ਰਹਿਣਾ ਤਾਂ ਆਹ ਸ਼ਰਤਾਂ ਨੇ, ਅਦਰਵਾਈਜ਼ ਤੁਸੀਂ ਜਾ ਸਕਦੇ ਹੋ। ਇਹਦੇ ਨਾਲ ਮੈਨੂੰ ਲੱਗਦਾ ਵੀ ਮੋਰਚਾ ਵਧੀਆ ਚੱਲੂਗਾ। ਲੱਖੇ ਸਿਧਾਣੇ ਦੀ ਆਪਾਂ ਗੱਲ ਕਰੀਏ, ਕਿਉਂਕਿ ਦੀਪ ਦਾ ਹੀ ਸਾਥੀ ਲੱਖੇ ਨੂੰ ਮੰਨਿਆ ਜਾਂਦਾ, ਯੂਥ ਆਈਕਨ ਲੱਖਾ ਦੀਪ ਦੇ ਨਾਲ ਹੀ ਯੂਥ ਆਈਕਨ ਮੰਨਿਆ ਗਿਆ। ਲੱਖੇ ਸਿਧਾਣੇ ਦੀ ਵਾਪਸੀ ਦਾ ਐਲਾਨ ਤਾਂ ਕਿਸਾਨ ਆਗੂਆਂ ਵੱਲੋਂ ਕਰ ਦਿੱਤਾ ਗਿਆ, ਪਰ ਹਲੇ ਤੱਕ ਲੱਖਾ ਸਿਰਫ ਮੀਡੀਆ ਇੱਕਾ ਦੁੱਕਾ ਇੰਟਰਵਿਊਜ਼ ਨੂੰ ਗੱਲ ਕਰੀਏ, ਮੀਡੀਆ ਨਾਲ ਉਹਨਾਂ ਨੇ ਜ਼ਰੂਰ ਗੱਲ ਕੀਤੀ, ਖੁੱਲ ਕੇ ਲੋਕਾਂ ਦੇ ਵਿੱਚ ਸਾਹਮਣੇ ਨਹੀਂ ਆਏ। ਲੱਖਾ ਸਿਧਾਣਾ ਨਾ ਤਾਂ KMP ਪਹੁੰਚੇ, ਮੈਂ ਪਹਿਲਾਂ ਵੀ ਜ਼ਿਕਰ ਕੀਤਾ। ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਲੱਖਾ ਹਲੇ ਤੱਕ ਦੂਰੀ ਬਣਾਈ ਹੋਈ ਆ ਲੱਖੇ ਨੇ, ਜੇਕਰ ਦੀਪ ਸਿੱਧੂ ਦੀ ਵਾਪਸੀ ਦਾ ਐਲਾਨ ਕਿਸਾਨ ਆਗੂਆਂ ਵੱਲੋਂ ਕਰ ਦਿੱਤਾ ਜਾਂਦਾ ਹੈ ਜਾਂ ਜਦੋਂ ਉਹਨਾਂ ਦੀ ਜ਼ਮਾਨਤ ਹੋ ਜਾਂਦੀ ਹੈ, ਉਸ ਤੋਂ ਬਾਅਦ ਦੀਪ ਸਿੱਧੂ ਸਿੰਘੂ ਬਾਰਡਰ ਦੀ ਸਟੇਜ ਤੋਂ ਬੋਲਣਗੇ ਜਾਂ ਟਿਕਰੀ ਬਾਰਡਰ ਦੀ ਸਟੇਜ ਤੋਂ ਉਹਨਾਂ ਨੂੰ ਬੋਲਣਾ ਚਾਹੀਦਾ? ਜਦੋਂ ਕਿਸੇ ਦੇ ਉੱਤੇ ਹਾਂਜੀ 1 ਲੱਖ ਰੁਪਏ ਦਾ ਇਨਾਮ ਰੱਖਿਆ ਹੋਵੇ ਤਾਂ ਸਪੈਸ਼ਲ ਇਨਵੈਸਟੀਗੇਸ਼ਨਸ ਟੀਮਾਂ ਜਿਹੜੀਆਂ ਨੇ ਉਹਨਾਂ ਨੂੰ ਪੰਜਾਬ 'ਚ ਭੇਜਿਆ ਜਾਂਦਾ ਹੋਵੇ, ਭਈ ਇਸ ਬੰਦੇ ਨੂੰ ਲੱਭ ਕੇ ਲਿਆਓ, ਕਿੱਥੇ ਹੈ, ਉਸਦੇ ਭਰਾ ਨੂੰ ਕੁੱਟ ਕੇ ਜਿਹੜਾ ਹੈ ਵਾਪਸ ਭੇਜ ਦਿੱਤਾ ਜਾਂਦਾ ਹੋਵੇ, ਫਿਰ ਉਹਨੂੰ ਇਹ ਗੱਲ ਕਹੀ ਹੋਵੇ ਵੀ ਤੇਰਾ ਐਨਕਾਊਂਟਰ ਬਣਾ ਦਿਆਂਗੇ, ਜਾਂ ਫਿਰ ਲੱਖੇ ਸਿਧਾਣੇ ਦਾ ਵੀ ਇੱਕ ਦਿਨ ਐਨਕਾਊਂਟਰ ਜਿਹੜਾ ਬਣਾ ਦਿਆਂਗੇ ਆਪਾਂ, ਜੇਕਰ ਉਹ ਬਾਜ਼ ਨਹੀਂ ਆਉਂਦਾ, ਜੇਕਰ ਮੋਰਚੇ ਤੋਂ ਆਪਣੇ ਆਪ ਨੂੰ ਪਿੱਛੇ ਨਹੀਂ ਖਿੱਚਦਾ। ਤਾਂ ਸੁਭਾਵਿਕ ਜੀ ਗੱਲ ਹੈ, ਹਰ ਇੱਕ ਜਿਹੜਾ ਕੋਈ ਵੀ ਇਨਸਾਨ ਹੋਏਗਾ ਉਹ ਆਪਣੇ ਆਪ ਨੂੰ ਪਹਿਲਾਂ ਸੇਫ ਰੱਖ ਕੇ ਤੇ ਫਿਰ ਅੱਗੇ ਵਧੇਗਾ। ਸੋ ਉਹਦੀਆਂ ਜਿਹੜੀਆਂ ਹੁਣ ਆਪਾਂ ਕਹਿ ਲਈਏ ਵੀ ਆਮ ਤੌਰ ਤੇ ਐਕਟੀਵਿਟੀਜ਼ ਜਿਹੜੀਆਂ ਆਮ ਲਾਈਫ ਦੇ ਵਿੱਚ ਹੁੰਦੀਆਂ ਸੀ, ਉਹ ਹੁਣ ਨਹੀਂ ਚੱਲ ਸਕਦੀਆਂ, ਕਿਉਂਕਿ ਹਰ ਗੱਲ ਦੇ ਉੱਤੇ ਉਸਨੂੰ ਖਿਆਲ ਰੱਖਣਾ ਪੈਂਦਾ ਹੈ। ਦੀਪ ਸਿੱਧੂ ਵੀ ਉਸੇ ਇਨਵੈਸਟੀਗੇਸ਼ਨ ਟੀਮ ਜਿਹੜੀ ਦਿੱਲੀ ਪੁਲਿਸ ਦੀ ਸੀਗੀ ਉਹ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ, ਕਿਉਂਕਿ ਉਸ ਦੀਆਂ ਕੁਝ ਸੂਹਾਂ ਕੋਈ ਇਨਫੋਰਮੇਸ਼ਨ ਜਿਹੜੀ ਹੈ ਉਹਨਾਂ ਤੱਕ ਪਹੁੰਚ ਗਈ, ਸੋ ਉਸ ਤੋਂ ਬਾਅਦ ਗ੍ਰਿਫਤਾਰ ਹੋ ਗਿਆ। ਸੋ ਹੁਣ ਲੱਖੇ ਸਿਧਾਣੇ ਦੀ ਜੇਕਰ ਗੱਲ ਕਰੀਏ ਤਾਂ ਬੜਾ ਲੰਬਾ ਅਰਸਾ ਹੋ ਗਿਆ ਪੁਲਿਸ ਦੇ ਨਾਲ ਵਾਹ ਪੈਂਦਿਆਂ ਦਾ ਲੱਖੇ ਸਿਧਾਣੇ ਦਾ। ਸੋ ਕਿਤੇ ਨਾ ਕਿਤੇ ਉਹ ਜਾਣਦਾ ਹੈ ਵੀ ਕਿਵੇਂ ਪੁਲਿਸ ਕੰਮ ਕਰਦੀ ਹੈ, ਕਿਵੇਂ ਇਨਵੈਸਟੀਗੇਸ਼ਨ ਟੀਮਾਂ ਕੰਮ ਕਰਦੀਆਂ। ਤਾਂ ਮੈਨੂੰ ਲੱਗਦਾ ਵੀ ਹੁਣ ਤੱਕ ਜੇਕਰ ਲੱਖਾ ਸਿਧਾਣਾ ਗ੍ਰਿਫਤਾਰ ਨਹੀਂ ਹੋਇਆ ਤਾਂ ਇਹ ਉਹਦੇ ਵਿੱਚ ਵੱਡੀ ਗੱਲ ਹੈਗੀ ਹੈ। ਸੋ ਜਿਹੜੀਆਂ ਆਮ ਜ਼ਿੰਦਗੀ ਦੇ ਵਿੱਚ ਐਕਟੀਵਿਟੀਜ਼ ਉਹ ਉਦੋਂ ਤੱਕ ਨਹੀਂ ਕਰ ਸਕਦਾ ਜਦੋਂ ਦਿੱਲੀ ਪੁਲਿਸ ਵੱਲੋਂ ਉਹਨੂੰ ਕਲੀਨ ਚਿੱਟ ਨਹੀਂ ਮਿਲ ਜਾਂਦੀ। ਤੇ ਕਲੀਨ ਚਿੱਟ ਮੈਂ ਤੁਹਾਨੂੰ ਇੱਥੇ ਦੱਸ ਦਿੰਦਾ ਵੀ ਉਸ ਦਿਨ ਤੱਕ ਨਹੀਂ ਮਿਲਣੀ ਜਿਸ ਦਿਨ ਤੱਕ ਅਸੀਂ ਇਹ ਮੋਰਚਾ ਜਿੱਤ ਨਹੀਂ ਜਾਂਦੇ। ਮਤਲਬ ਜਿਸ ਦਿਨ ਇਹ ਮੋਰਚਾ ਜਿੱਤ ਜਾਂਦੇ ਆ ਜੀ। ਲੱਖੇ ਸਿਧਾਣੇ ਦੇ ਭਰਾ ਮੁੰਡੀ ਸਿਧਾਣਾ ਦੀ ਗੱਲ ਤੁਸੀਂ ਨੇ ਜ਼ਿਕਰ ਕੀਤਾ, ਮੁੰਡੀ ਦਾ। ਲੱਖੇ ਸਿਧਾਣੇ ਨੂੰ ਆਪਾਂ ਇੱਕ ਪਲ ਦੇ ਲਈ ਮੰਨ ਲਈਏ ਕਿ ਲੱਖਾ ਸਿਧਾਣਾ ਕਸੂਰਵਾਰ ਆ, ਚਲੋ ਵਾਂਟਡ 1 ਲੱਖ ਰੁਪਏ ਦਾ ਉਹਨਾਂ ਦੇ ਉੱਪਰ ਇਨਾਮ ਵੀ ਰੱਖਿਆ ਗਿਆ, ਪਰ ਉਸ ਦੇ ਭਰਾ ਨੂੰ ਦਿੱਲੀ ਪੁਲਿਸ ਵੱਲੋਂ ਕਿਤੇ ਨਾ ਕਿਤੇ ਅਰੈਸਟ ਕਰਨਾ, ਉਸ ਤੋਂ ਬਾਅਦ ਮੁੰਡੀ ਦੇ ਉੱਪਰ ਤਸ਼ੱਦਦ ਕਰਨਾ, ਇਹ ਤਾਂ ਸਿੱਧੇ ਤੌਰ ਤੇ ਦਿਖ ਰਿਹਾ ਹੈ ਕਿ ਸੰਵਿਧਾਨ ਦੀ ਉਲੰਘਣਾ ਦਿੱਲੀ ਪੁਲਿਸ ਵੱਲੋਂ ਕੀਤੀ ਗਈ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਇਹ ਕੋਈ ਨਵੀਆਂ ਗੱਲਾਂ ਵੀ ਨਹੀਂ ਹੈ। ਮਤਲਬ ਜੇ ਆਪਾਂ ਇਹਨੂੰ ਕਹੀਏ ਵੀ ਇਹ ਨਵੀਂ ਗੱਲ ਹੈ, ਪਹਿਲੀ ਵਾਰ ਹੋਈ ਹੈ ਭਾਰਤ ਦੇ ਅੰਦਰ, ਤਾਂ ਫਿਰ ਤਾਂ ਮੰਨ ਲਿਆ ਜਾਊਗਾ ਵੀ ਇਹ ਬੜੀ ਵੱਡੀ ਗੱਲ ਹੈ, ਇਹਨੂੰ ਬੜੇ ਵੱਡੇ ਪੱਧਰ ਦੇ ਉੱਤੇ ਚੁੱਕਣਾ ਚਾਹੀਦਾ, ਉਛਾਲਣਾ ਚਾਹੀਦਾ। ਹਿਊਮਨ ਰਾਈਟਸ ਜਿਹੜੀਆਂ ਜਥੇਬੰਦੀਆਂ ਨੇ ਉਹ ਅੱਗੇ ਆਉਣ, ਇਹਦੇ ਬਾਰੇ ਗੱਲ ਕਰਨ, ਪਰ ਇਹ ਕੋਈ ਨਵੀਂ ਗੱਲ ਨਹੀਂ ਹੈ ਸੰਸਾਰ। ਜੇਕਰ ਆਪਾਂ ਪਿਛਲਾ ਪੰਜਾਬ ਦਾ ਇਤਿਹਾਸ ਦੇਖੀਏ ਤਾਂ ਬਹੁਤ ਸਾਰੇ ਲੱਖਾਂ ਦੇ ਵਿੱਚ ਐਸੇ ਕੇਸਿਸ ਹੋਏ ਨੇ ਜਿੱਥੇ ਪਰਿਵਾਰਾਂ ਨੂੰ, ਜੇਕਰ ਕੋਈ ਇੱਕ ਪਰਿਵਾਰ ਦੇ ਵਿੱਚ ਦੋਸ਼ੀ ਹੁੰਦਾ ਸੀ ਜਾਂ ਕੋਈ ਭਗੌੜਾ ਹੈਗਾ, ਉਹਦੇ ਪਰਿਵਾਰ ਨੂੰ ਚੁੱਕ ਲਿਆ ਜਾਂਦਾ ਸੀ, ਬਜ਼ੁਰਗ ਪਿਤਾ ਨੂੰ ਚੁੱਕ ਲਿਆ ਜਾਂਦਾ ਸੀ, ਜਿਹੜੀਆਂ ਜਵਾਨ ਲੜਕੀਆਂ ਨੇ ਉਹਨਾਂ ਨੂੰ ਚੁੱਕ ਲਿਆ ਜਾਂਦਾ ਸੀ। ਸੋ ਬੜਾ ਅੰਨਾ ਤਸ਼ੱਦਦ ਜਿਹੜਾ ਉਹਨਾਂ ਤੇ ਕੀਤਾ ਜਾਂਦਾ ਸੀ ਵੀ ਆਪਣੇ ਉਸ ਮੈਂਬਰ ਦੀ ਸੂਹ ਜਿਹੜੀ ਆ ਉਹ ਪੁਲਿਸ ਨੂੰ ਦਿਓ, ਅਦਰਵਾਈਜ਼ ਤੁਹਾਡੇ ਨਾਲ ਫਿਰ ਤੋਂ ਟਾਰਚਰ ਜਿਹੜਾ ਕੀਤਾ ਜਾਊਗਾ। ਸੋ ਇਹ ਨਵੀਆਂ ਗੱਲਾਂ ਨਹੀਂ ਹੈਗੀਆਂ। ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ, ਜਿਹੜੇ ਵਿਦਵਾਨ ਆਪਾਂ ਸਿੱਖ ਵਿਦਵਾਨਾਂ ਦੀਆਂ ਜਦੋਂ ਗੱਲਾਂ ਸੁਣਦੇ ਹਾਂ, ਸਪੀਚਸ ਜਾਂ ਉਹਨਾਂ ਦੇ ਵਿਚਾਰ ਸੁਣਦੇ ਹਾਂ,
ਉਹ ਕਹਿੰਦੇ ਆ ਵੀ ਜਿਹੜਾ 84 ਦੇ ਵਿੱਚ ਜਾਂ ਉਸ ਤੋਂ ਬਾਅਦ ਪੰਜਾਬ ਪੁਲਿਸ ਜਾਂ ਫਿਰ ਜਿਹੜੀਆਂ ਦਿੱਲੀ ਪੁਲਿਸ ਹੋ ਗਈ ਜਾਂ ਹੋਰ ਪੁਲਿਸ ਜਿਹੜੀਆਂ ਹੈਗੀਆਂ ਸਟੇਟਾਂ ਦੀਆਂ, ਉਹਨਾਂ ਨੂੰ ਕੁਝ ਅਥਾਰਟੀਜ਼ ਜਿਹੜੀਆਂ ਹੈ ਆਪਣੇ ਅਧਿਕਾਰਾਂ ਤੋਂ ਵੱਧ ਦਿੱਤੀਆਂ ਗਈਆਂ ਸੀ। ਜਿਵੇਂ ਇਹਦੇ ਵਿੱਚ ਹੋ ਗਿਆ ਵੀ ਤੁਸੀਂ ਆਪਣੀ ਮਰਜ਼ੀ ਦੇ ਨਾਲ ਸਾਰਾ ਕੁਝ ਕਰ ਸਕਦੇ ਹੋ, ਆਪਣੀ ਮਰਜ਼ੀ ਦੇ ਨਾਲ ਤੁਸੀਂ ਕਿਸੇ ਨੂੰ ਚੁੱਕ ਸਕਦੇ ਹੋ, ਤੁਹਾਡੇ ਉੱਤੇ ਕੋਈ ਐਕਸ਼ਨ ਨਹੀਂ ਆਏਗਾ। ਬੜੀਆਂ ਐਸੀਆਂ ਜਿਹੜੀਆਂ ਵੱਧ ਅਧਿਕਾਰ ਦਿੱਤੇ ਗਏ ਸੀ। ਸੋ ਉਹ 84 ਦਾ ਸਮਾਂ ਸੀ। ਉਸ ਤੋਂ ਬਾਅਦ ਉਹ ਅਧਿਕਾਰਾਂ ਦੀ ਜਿਹੜੀ ਵਰਤੋਂ ਹੈ ਖੁੱਲ੍ਹ ਕੇ ਕੀਤੀ ਗਈ, ਰੱਜ ਕੇ ਕੀਤੀ ਗਈ। ਕੋਈ ਐਕਸ਼ਨ ਨਹੀਂ ਲਿਆ ਗਿਆ, ਇਹ ਆਪਾਂ ਮੰਨਦੇ ਹਾਂ। ਵੀ ਤਕਰੀਬਨ ਇੱਕਾ ਦੁੱਕਾ ਪੁਲਿਸ ਵਾਲੇ ਜਿਹੜੇ ਆ ਉਹ ਜੇਲ੍ਹਾਂ ਦੇ ਵਿੱਚ ਗਏ, ਉਹਨਾਂ ਨੂੰ ਵੀ ਛੁਡਾ ਲਿਆ ਗਿਆ ਬਾਅਦ ਚ। ਸੋ ਉਸ ਟਾਈਮ ਦੇ ਜਿਹੜੇ ਇਹ ਵੱਧ ਅਧਿਕਾਰ ਮਿਲੇ ਹੋਏ ਆ, ਪੁਲਿਸ ਕਿਤੇ ਨਾ ਕਿਤੇ ਉਹ ਅਧਿਕਾਰ ਜਿਹੜੇ ਨੇ ਉਹਨਾਂ ਨੂੰ ਉਸੇ ਤਰ੍ਹਾਂ ਨਾਲ ਚੱਲਦਾ ਕਰਕੇ ਆ ਰਹੀ ਹੈ। ਮਤਲਬ ਕਿ ਉਹ ਚੀਜ਼ਾਂ ਜਿਹੜੀਆਂ ਨੇ ਪੁਲਿਸ ਵਿੱਚੋਂ ਦੁਬਾਰਾ ਨਿਕਲੀਆਂ ਨਹੀਂ, ਜਿਹੜੀਆਂ ਕਿ 84 ਜਾਂ ਫਿਰ 92-95 ਤੋਂ ਬਾਅਦ ਜਦੋਂ ਖਾੜਕੂਵਾਦ ਦੀ ਸਮਾਪਤੀ ਹੋ ਜਾਂਦੀ ਹੈ, ਜਦੋਂ ਕਤਲੇਆਮ ਹੋ ਜਾਂਦਾ, ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਹੈ ਬਿਲਕੁਲ ਸੁਖਾਵਾਂ ਕਹਿ ਲਈਏ ਹੋ ਜਾਂਦਾ, ਤਾਂ ਉਹ ਚੀਜ਼ਾਂ ਜਿਹੜੀਆਂ ਪੁਲਿਸ ਵਿੱਚੋਂ ਵੀ ਮੁੱਕ ਜਾਣੀਆਂ ਚਾਹੀਦੀਆਂ ਸੀ ਕਿ ਦੁਬਾਰਾ ਆਪਣੀ ਇਮਾਨਦਾਰੀ ਦੇ ਨਾਲ ਬਿਨਾਂ ਕਰਪਸ਼ਨ ਤੋਂ ਤੁਸੀਂ ਆਪਣੀਆਂ ਡਿਊਟੀਆਂ ਸਾਂਭਦੇ। ਤੁਹਾਡਾ ਗੱਲ ਹੁੰਦੀ ਤੁਹਾਡੇ ਵਿੱਚ ਵੀ ਹਾਂ ਇੱਕ ਮਾਹੌਲ ਸੀ, ਉਦੋਂ ਆਪਾਂ ਕਰ ਲਿਆ ਤੇ ਆਪਾਂ ਹੁਣ ਬੰਦ ਕਰਦੇ ਹਾਂ। ਮਤਲਬ ਇਹ ਆਪਾਂ ਇੱਥੇ ਇਹ ਵੀ ਨਹੀਂ ਕਹਿੰਦੇ, ਇੱਥੇ ਆਪਾਂ ਕਿਤੇ ਵੀ ਕਲੀਨ ਚਿੱਟ ਨਹੀਂ ਦਿੰਦੇ ਵੀ ਉਸ ਮਾਹੌਲ ਦੇ ਵਿੱਚ ਤੁਸੀਂ ਕੀਤਾ ਉਹ ਸਾਰਾ ਕੁਝ ਸਹੀ ਸੀਗਾ। ਬਹੁਤ ਗਲਤ ਹੋਇਆ, ਬੜਾ ਅੰਨਾ ਤਸ਼ੱਦਦ ਹੋਇਆ। ਪਰ ਜਦੋਂ ਹੁਣ ਦੀ ਆਪਾਂ ਗੱਲ ਕਰੀਏ ਤਾਂ ਪੰਜਾਬ ਜਾਂ ਫਿਰ ਦਿੱਲੀ ਪੁਲਿਸ, ਇਹਨਾਂ ਸਟੇਟਾਂ ਦੀਆਂ ਪੁਲਿਸ ਦੇ ਵਿੱਚੋਂ ਉਹ ਚੀਜ਼ ਨਿਕਲੀ ਨਹੀਂ ਹੈ, ਟੌਰਚਰ ਕਰਨ ਵਾਲੀ ਜਾਂ ਫਿਰ ਘਰ ਦੇ ਜੀਆਂ ਨੂੰ ਚੁੱਕ ਕੇ ਤੇ ਉਹਨਾਂ ਤੇ ਤਸ਼ੱਦਦ ਕਰਨ ਵਾਲੀ। ਸੋ ਆਪਾਂ ਇਹ ਕਿਤੇ ਨਾ ਕਿਤੇ ਦੇਖੀਏ ਵੀ ਇਹ ਚੀਜ਼ਾਂ ਨੂੰ ਠੱਲ ਪਾਉਣੀ ਪਊਗੀ, ਇਹ ਸਮਝਣਾ ਪਊਗਾ ਵੀ ਹੁਣ ਮਾਹੌਲ ਕੀ ਹੈਗਾ, ਉਸ ਵੇਲੇ ਕੀ ਮਾਹੌਲ ਸੀ। ਜੇਕਰ ਤੁਸੀਂ ਇਸ ਤਰ੍ਹਾਂ ਦੇ ਮਾਹੌਲ ਨੂੰ ਕ੍ਰੀਏਟ ਕਰੋਗੇ ਤਾਂ ਉਹ ਚੀਜ਼ਾਂ ਦੁਬਾਰਾ ਵਾਪਸ ਕਿਤੇ ਨਾ ਕਿਤੇ ਤੁਹਾਡੇ ਦਰਪੇਸ਼ ਹੋਣਗੀਆਂ। ਫਿਰ ਪੁਲਿਸ ਨੂੰ ਵੀ ਉਨੀ ਮੁਸ਼ਕਲ ਹੈ ਤੇ ਆਮ ਲੋਕਾਂ ਨੂੰ ਵੀ ਉਨੀ ਮੁਸ਼ਕਲ ਹੈ। ਇੱਕ ਆਖਰੀ ਸਵਾਲ, ਜਿਸ ਕੇਸ ਦੇ ਵਿੱਚ ਹੁਣ ਦੀਪ ਸਿੱਧੂ ਦੀ ਗ੍ਰਿਫਤਾਰੀ ਹੁੰਦੀ ਆ, ਕਿਉਂਕਿ ਮੁੱਖ ਕੇਸ ਉਹਨਾਂ ਦਾ ਸੀ, ਉਸ ਦੇ ਵਿੱਚ ਉਹਨਾਂ ਨੂੰ ਬਿਨਾਂ ਸ਼ੱਕ ਕੋਈ ਜ਼ਮਾਨਤ ਮਿਲ ਚੁੱਕੀ ਆ। ਇਸ ਕੇਸ ਦੇ ਵਿੱਚ ਹੁਣ ਦੀਪ ਦੇ ਚਾਹਣ ਵਾਲਿਆਂ ਨੂੰ ਕਿੰਨੀ ਦੇਰ ਜਿਹੜਾ ਇੰਤਜ਼ਾਰ ਕਰਨਾ ਪਊਗਾ? ਕੀ ਦੀਪ ਸਿੱਧੂ ਦੇ ਚਾਹਣ ਵਾਲੇ ਉਮੀਦ ਕਰ ਸਕਦੇ ਨੇ ਕਿ ਸੋਮਵਾਰ ਨੂੰ ਜਿਹੜੀ ਦੀਪ ਸਿੱਧੂ ਦੀ ਵਾਪਸੀ ਜੇਲ੍ਹ ਤੋਂ ਬਾਹਰ ਆ ਕੇ ਆਪਣੇ ਚਾਹਣ ਵਾਲਿਆਂ ਦੇ ਵਿੱਚ ਹੋਊਗੀ? ਦੇਖੋ, ਜਿਹੜੇ ਹੁਣ ਤੱਕ ਜਿਹੜੀਆਂ ਧਾਰਾਵਾਂ ਲਾ ਕੇ ਦੀਪ ਸਿੱਧੂ ਨੂੰ ਤਕਰੀਬਨ 2 ਮਹੀਨੇ ਜੇਲ੍ਹ ਦੇ ਵਿੱਚ ਰੱਖਿਆ ਗਿਆ, ਸੋ ਇੱਕ ਲੰਬਾ ਸਮਾਂ ਚੱਲ ਗਿਆ। ਰਣਜੀਤ ਸਿੰਘ, ਨੌਦੀਪ ਕੌਰ ਤੇ ਜਾਂ ਹੋਰ ਨੌਜਵਾਨ ਜਿਹੜੇ ਸੀ ਉਹ ਬੜਾ ਲੰਬਾ ਸਮਾਂ ਪਹਿਲਾਂ ਬਾਹਰ ਆ ਚੁੱਕੇ ਨੇ, ਆਪਾਂ ਸਾਰੇ ਜਾਣਦੇ ਹਾਂ। ਸੋ ਦੀਪ ਸਿੱਧੂ ਨੂੰ ਤਕਰੀਬਨ 2-2.5 ਮਹੀਨੇ ਜੇਲ੍ਹ ਦੇ ਵਿੱਚ ਰੱਖ ਕੇ 3-4 ਦਿਨ ਲਟਕਾ ਕੇ ਮੁੜ ਕੇ ਜ਼ਮਾਨਤ ਦਿੱਤੀ ਗਈ ਸੀ। ਸੋ ਹੁਣ ਆਪਾਂ ਇਹ ਸੌਖਾ ਨਾ ਸਮਝੀਏ ਕਿ ਇਹ ਸੋਮਵਾਰ ਨੂੰ ਜਿਹੜਾ ਇਹ ਮਸਲਾ ਹੱਲ ਹੋ ਜਾਣਾ ਤੇ ਉਸ ਦਿਨ ਦੀਪ ਸਿੱਧੂ ਨੂੰ ਜ਼ਮਾਨਤ ਮਿਲ ਜਾਣੀ ਹੈ। ਮੈਂ ਇਹ ਨਹੀਂ ਕਹਿੰਦਾ ਕਿ ਇਸ ਤਰ੍ਹਾਂ ਹੋ ਨਹੀਂ ਸਕਦਾ, ਕੁਦਰਤ ਹੈ। ਮਤਲਬ ਕਿ ਕੋਈ ਜੱਜ ਕਿਹੜੇ ਬੈਠੇ ਨੇ, ਕੀ ਗੱਲਬਾਤ ਹੋ ਰਹੀ ਹੈ, ਕੁਝ ਵੀ ਹੋ ਸਕਦਾ। ਸੋਮਵਾਰ ਦੀ ਜਗ੍ਹਾ ਐਤਵਾਰ ਵੀ ਬਾਹਰ ਆ ਸਕਦਾ ਕੱਲ ਨੂੰ, ਕਿਉਂਕਿ ਸੁਣਵਾਈ ਹੈਗੀ ਹੈ। ਆਪਾਂ ਇਹ ਵੀ ਸੋਚ ਸਕਦੇ ਹਾਂ ਵੀ ਕੱਲ ਨੂੰ ਵੀ ਜ਼ਮਾਨਤ ਮਿਲ ਸਕਦੀ ਹੈ, ਹੁਣ ਨੂੰ ਕੁਝ ਵੀ ਹੋ ਸਕਦਾ, ਕਿਉਂਕਿ ਅੱਜ ਸਵੇਰ ਤੋਂ ਬਾਅਦ ਕਿਸੇ ਨੇ ਵੀ ਨਹੀਂ ਸੀ ਸੋਚਿਆ। ਜਿੱਥੇ ਤੁਸੀਂ ਕਿਹਾ ਕਿ ਲੱਡੂ ਵੰਡਣ ਦੀਆਂ ਤਿਆਰੀਆਂ ਹੋ ਗਈਆਂ ਸੀ, ਕਿਸੇ ਨੇ ਇਹ ਨਹੀਂ ਸੀ ਸੋਚਿਆ ਵੀ ਦੁਬਾਰਾ ਉਲਝਾ ਲਿਆ ਜਾਣਾ। ਸੋ ਇਹ ਵੀ ਨਹੀਂ ਹੁਣ ਪਤਾ ਵੀ ਜ਼ਮਾਨਤ ਹੋਏਗੀ ਜਲਦੀ ਜਾਂ ਫਿਰ ਨਹੀਂ। ਪਰ ਇੰਨੀ ਗੱਲ ਮੈਂ ਜਿਹੜੀ ਆ ਕਹਿ ਸਕਦਾ, ਜੋ ਆਮ ਅਸਾਰ ਜਿਹੜੇ ਦੇਖ ਰਹੇ ਨੇ ਵੀ ਸੋਮਵਾਰ ਤਾਂ ਨਹੀਂ, ਤਕਰੀਬਨ 1 ਹਫ਼ਤਾ ਜਾਂ 2 ਹਫ਼ਤਿਆਂ ਦੇ ਵਿੱਚ ਦੀਪ ਸਿੱਧੂ ਦੀ ਜ਼ਮਾਨਤ ਜਿਹੜੀ ਹੈ ਉਹ ਹੋ ਜਾਏਗੀ, ਕਿਉਂਕਿ ਇਹ ਬਹੁਤਾ ਵੱਡਾ ਕੇਸ ਨਹੀਂ ਹੈਗਾ, ਇਹਦੇ ਵਿੱਚੋਂ ਵੀ ਜ਼ਮਾਨਤ ਜਿਹੜੀ ਆ ਉਹ ਸੰਭਵ ਹੈਗੀ ਆ। ਬਹੁਤ ਬਹੁਤ ਸ਼ੁਕਰੀਆ ਦਲਜੀਤ ਜੀ। ਹੁਣ ਅੱਗੇ ਸਾਨੂੰ ਸਮਾਂ ਜਿਹੜਾ ਇਜਾਜ਼ਤ ਨਹੀਂ ਦੇ ਰਿਹਾ। ਬਹੁਤ ਵਧੀਆ ਤੁਹਾਡੇ ਨਾਲ ਵਿਚਾਰ ਚਰਚਾ ਕਰਕੇ ਬਹੁਤ ਵਧੀਆ ਲੱਗਿਆ। ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ। ਧੰਨਵਾਦ ਜੀ। ਸੋ ਦਰਸ਼ਕੋ, ਇਹ ਸਨ ਭਾਈ ਦਲਜੀਤ ਸਿੰਘ ਜੀ, ਜਿਨ੍ਹਾਂ ਨੇ ਦੀਪ ਸਿੱਧੂ ਦੇ ਕੇਸ ਦੇ ਉੱਪਰ ਬਹੁਤ ਖੁੱਲ੍ਹ ਕੇ ਸਾਡੇ ਨਾਲ ਵਿਚਾਰ ਚਰਚਾ ਕੀਤੀ, ਜਿਨ੍ਹਾਂ ਦਾ ਕਹਿਣਾ ਹੈ ਕਿ ਦੀਪ ਸਿੱਧੂ, ਆਪਾਂ ਇਹ ਉਮੀਦ ਨਹੀਂ ਕਰ ਸਕਦੇ ਕਿ ਸੋਮਵਾਰ ਨੂੰ ਹੀ ਜਿਹੜਾ ਦੀਪ ਸਿੱਧੂ ਆਪਣੇ ਚਾਹਣ ਵਾਲਿਆਂ ਦੇ ਵਿੱਚ ਵਾਪਸ ਆ ਜਾਣਗੇ। ਹੋ ਸਕਦਾ ਦੀਪ ਸਿੱਧੂ ਐਤਵਾਰ ਨੂੰ ਹੀ ਜਿਹੜਾ ਵਾਪਸ ਆ ਜਾਣ, ਜਾਂ 1 ਤੋਂ 2 ਹਫ਼ਤੇ ਦਾ ਸਮਾਂ ਜਿਹੜਾ ਉਹਨਾਂ ਨੂੰ ਵਾਪਸ ਆਉਣ ਦੇ ਵਿੱਚ ਲੱਗ ਸਕਦਾ। ਕਿਸਾਨ ਅੰਦੋਲਨ ਦੀ ਚੜ੍ਹਦੀ ਕਲਾ ਦੇ ਲਈ ਵੀ ਕੁਝ ਭਾਈ ਦਲਜੀਤ ਸਿੰਘ ਉਹਨਾਂ ਨੇ ਜਿਹੜੇ ਵਿਚਾਰ ਰੱਖੇ ਨੇ। ਉਮੀਦ ਕਰਦੇ ਹਾਂ ਤੁਸੀਂ ਸਾਡਾ ਇਹ ਪ੍ਰੋਗਰਾਮ ਜ਼ਰੂਰ ਪਸੰਦ ਕੀਤਾ ਹੋਊਗਾ। ਜਿਹੜੇ ਸਾਡੇ ਸੱਜਣ ਸਾਨੂੰ ਪਿਆਰ ਕਰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਹੋਰ ਖਬਰਾਂ ਦੇਖਣ ਦੇ ਲਈ, ਵਧੀਆ ਖਬਰਾਂ ਦੇਖਣ ਦੇ ਲਈ ਪ੍ਰਾਈਡ ਪੰਜਾਬ ਟੀਵੀ ਦਾ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਫੇਸਬੁੱਕ ਪੇਜ ਨੂੰ, ਸਾਡਾ ਪ੍ਰਾਈਡ ਪੰਜਾਬ ਟੀਵੀ ਦੇ ਨਾਮ ਤੇ ਫੇਸਬੁੱਕ ਪੇਜ ਆ, ਉਹਨੂੰ ਲਾਈਕ ਵੀ ਕਰ ਦਿਓ। ਮੈਨੂੰ ਦਿਓ ਆਗਿਆ, ਤੁਸੀਂ ਦੇਖਦੇ ਰਹੋ ਪ੍ਰਾਈਡ ਪੰਜਾਬ ਟੀਵੀ। ਮੈਂ ਸੰਸਾਰਦੀਪ ਸਿੰਘ, ਧੰਨਵਾਦ ਜੀ।